ਭਗਤ ਰਵਿਦਾਸ ਜੀ ਦੀ ਕਥਾ ਬਾਰੇ ਵਿਚਾਰ ਕਰਾਂਗੇ। ਰਵਿਦਾਸ ਧਿਆਏ ਪ੍ਰਭ ਅਨੂਪ। ਸਵਾਮੀ ਰਾਮਾਨੰਦ ਬੜੇ ਮਹਾਂਪੁਰਖ ਹੋਏ ਕਾਸ਼ੀ ਵਿੱਚ। ਉਹਨਾਂ ਦੇ ਚੇਲੇ, ਜਿਹਦਾ ਨਾਮ ਬ੍ਰਹਮਚਾਰੀ ਸੀ, ਉਹ ਸਦਾ ਸਾਰੇ ਘਰਾਂ ਤੋਂ ਝੋਲੀ 'ਚ ਥੋੜ੍ਹਾ ਥੋੜ੍ਹਾ ਆਟਾ ਗਜਾ ਕਰਕੇ ਲਿਆਇਆ ਕਰਦੇ ਸੀ ਭਿੱਖਿਆ ਦਾ। ਸਵਾਮੀ ਜੀ ਦੀ ਕੁਟੀਆ ਦੇ ਨੇੜੇ ਬਾਣੀਆਂ ਦੇ 2 ਘਰ ਸੀ, ਜਿਨ੍ਹਾਂ ਦਾ ਵਿਹਾਰ ਜਿਹੜਾ ਉਹ ਸ਼ੁੱਧ ਨਹੀਂ ਸੀ। ਅਤੇ ਸਵਾਮੀ ਜੀ ਨੇ ਬ੍ਰਹਮਚਾਰੀ ਨੂੰ ਆਗਿਆ ਕੀਤੀ ਸੀ ਵੀ ਇਹਨਾਂ ਘਰਾਂ ਦਾ ਚੁਟਕੀਨਾ ਜਿਹੜਾ ਉਹ ਨਹੀਂ ਲਿਆਉਣਾ। ਇਹਨਾਂ ਦਾ ਆਚਾਰ ਵਿਚਾਰ ਸ਼ੁੱਧ ਨਹੀਂ, ਕਿਉਂਕਿ ਮਲਨ ਅਨ ਕਰ ਮਲਨ ਮਨ ਸ਼ੁੱਧ ਅਨ ਕਰ ਸ਼ੁੱਧ। ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਡ ਵਧੀਆ ਸਦਾ ਸਦਾ ਬਮਾਨ। ਕੋਫੇ ਜਿਹੜਾ ਭਿੱਖਿਆ ਦਾ ਆਟਾ ਲਿਆਉਂਦੇ ਸੀ, ਉਹਦਾ ਫਿਰ ਭੋਜਨ ਤਿਆਰ ਕਰਦੇ ਸੀ। ਅਤੇ ਸਵਾਮੀ ਜੀ ਭੋਗ ਲਵਾ ਕੇ ਫਿਰ ਛਕਦੇ ਸੀ। ਅਤੇ ਜਦੋਂ ਬ੍ਰਹਮਚਾਰੀ ਇਸ ਤਰ੍ਹਾਂ ਰੋਜ਼ ਭਿੱਖਿਆ ਨੂੰ ਜਾਂਦਾ ਸੀ, ਸਿਆਲ ਦੇ ਦਿਨ ਸੀ, ਮੀਂਹ ਬੜਾ ਪੈ ਰਿਹਾ ਸੀ, ਸਰਦੀ ਬਹੁਤ ਸੀ, ਅਤੇ ਕੁਦਰਤੀ ਐਸਾ ਹੋਇਆ ਕਿ ਬ੍ਰਹਮਚਾਰੀ ਤਿਲਕ ਕੇ ਡਿੱਗ ਪਏ। ਉਹ ਬਾਣੀਆਂ ਨੇ ਉਹਨਾਂ ਦੇ ਵਸਤਰ ਧੁਲਾਏ, ਸਾਫ ਸਫਾਈ ਕੀਤੀ ਅਤੇ ਕਹਿਣ ਲੱਗੇ ਵੀ ਬ੍ਰਹਮਚਾਰੀ ਜੀ, ਤੁਸੀਂ ਆਟਾ ਇੱਥੋਂ ਹੀ ਲੈ ਜਾਓ। ਉਹ ਫਿਰ ਉੱਥੋਂ ਹੀ ਆਟਾ ਲੈ ਨਿੱਤ ਦੀ ਤਰ੍ਹਾਂ ਭੋਜਨ ਤਿਆਰ ਕੀਤਾ। ਜਦੋਂ ਸਵਾਮੀ ਜੀ ਨੇ ਆਪਣਾ ਅਰਦਾਸ ਬੇਨਤੀ ਕੀਤੀ ਅਤੇ ਉਹ ਭੋਜਨ ਛਕਿਆ ਅਤੇ ਬਿਰਤੀ ਟਿਕੇ ਨਾ, ਅਤੇ ਸਵਾਮੀ ਜੀ ਨੇ ਫਿਰ ਕੋਈ ਕਰੜਾ ਸ਼ਬਦ ਕਹਿ ਦਿੱਤਾ। ਉਹਦੇ ਮੁਤਾਬਕ ਰਵਿਦਾਸ ਜੀ ਅਗਲੇ ਜਨਮ ਦੇ ਵਿੱਚ ਉਹਨਾਂ ਦਾ ਸਵਰਨ ਜਾਤੀ ਦੇ ਘਰ ਜਨਮ ਹੋਇਆ। ਬੇਨਤੀ ਕੀਤੀ, ਮਹਾਰਾਜ ਗਲਤੀ ਮਾਫ ਕਰੋ। ਕਹਿਣ ਲੱਗੇ, ਤੁਹਾਡਾ ਗਿਆਨ ਇਵੇਂ ਬਣਿਆ ਰਹੇਗਾ। ਜਦੋਂ ਫਿਰ ਉੱਥੇ ਜਨਮੇ ਅਤੇ ਫਿਰ ਉਹ ਦੁੱਧ ਨਾ ਚੁੰਘਣ। ਫਿਰ ਸਵਾਮੀ ਜੀ ਨੂੰ ਆਕਾਸ਼ਬਾਣੀ ਹੋਏ ਵੀ ਤੁਹਾਡਾ ਜਿਹੜਾ ਭਗਤ ਆ, ਸੇਵਕ ਆ, ਦੁੱਧ ਨਹੀਂ ਚੁੰਘ ਰਿਹਾ। ਮਾਤਾ ਵੀ ਔਖੀ ਹੈ, ਪਰਿਵਾਰ ਵੀ। ਸਵਾਮੀ ਜੀ ਫਿਰ ਉਹਨਾਂ ਦੇ ਘਰ ਗਏ। ਜਾ ਕੇ ਦਿਵ ਦ੍ਰਿਸ਼ਟੀ ਪਾਈ ਅਤੇ ਰਵਿਦਾਸ ਜੀ ਫਿਰ ਵੱਡੇ ਹੋ ਗਏ। ਪਿਛਲੇ ਸੰਸਕਾਰ ਬੜੇ ਪ੍ਰਬਲ ਸੀ। ਉਹ ਫਿਰ ਆਪਣੀ ਕਿਰਤ ਵੀ ਕਰਦੇ ਆ ਅਤੇ ਰਸਤੇ 'ਚ ਬੈਠੇ ਹੋਏ ਆਏ ਗਏ ਸਾਧੂ ਸੰਤ ਦਾ ਜੋੜਾ ਜਿਹੜਾ ਉਹ ਸੇਵਾ 'ਚ ਹੀ ਗੰਢ ਤੁੱਪ ਕਰ ਦਿੰਦੇ ਹਨ। ਫਿਰ ਇਹਨਾਂ ਨੂੰ ਬੜਾ ਭਾਰੀ ਬਰਾਗ ਹੋ ਗਿਆ ਅਤੇ ਜਦੋਂ ਹੁਣ ਭਜਨ ਕਰਦੇ ਸੀ ਅਤੇ ਪਰਮੇਸ਼ਰ ਨੇ ਦੇਖਿਆ ਵੀ ਮੇਰੇ ਬੜੇ ਪ੍ਰੇਮੀ ਆ। ਉਹਨੇ ਫਿਰ ਸਾਧੂ ਦਾ ਰੂਪ ਧਾਰਿਆ, ਪਾਰਸ ਦੀ ਵੱਟੀ ਦਿੱਤੀ, ਇਹਦੇ ਨਾਲ ਸੋਨਾ ਬਣ ਜਾਂਦਾ ਆ ਅਤੇ ਤੁਸੀਂ ਸੋਹਣਾ ਡੇਰਾ ਬਣਾ ਲਓ, ਆਸ਼ਰਮ,
ਤੇ ਆਏ ਗਏ ਲੰਗਰ ਚਲਾਓ, ਛੇਤਰ ਲਾਓ। ਤੇ ਭਗਤ ਰਵਿਦਾਸ ਜੀ ਕਿਰਤ ਨੂੰ ਪਹਿਲ ਦਿੰਦੇ ਸੀ, ਉਹ ਨਹੀਂ, ਉਹ ਵਰਤਿਆ ਨਹੀਂ। ਜਦੋਂ ਆਏ ਤੂੰ ਵਰਤਿਆ ਨਹੀਂ, ਉਹ ਕਹਿੰਦੇ ਬਈ ਮਹਾਰਾਜ ਮੇਰੇ ਵਾਸਤੇ ਜਿਹੜੀ ਧਰਮ ਦੀ ਕਿਰਤ ਇਹ ਠੀਕ ਆ, ਤੇ ਵੀ ਇਹ ਪਾਰਸ ਜਿਹੜਾ ਇਹਦੀ ਸਾਨੂੰ ਲੋੜ ਨਹੀਂ, ਉਹ ਪਿਆ ਚੁੱਕ ਕੇ ਲੈ ਜਾਓ। ਇਸ ਤਰ੍ਹਾਂ ਫਿਰ ਭਗਵਾਨ ਜਿਹੜੇ ਸੀ ਉਹ ਲੈ ਕੇ ਚਲੇ ਗਏ। ਵੀ ਨਹੀਂ ਵਰਤੇ ਨੇ ਤਾਂ ਉੱਥੇ ਹੀ ਪਿਆ ਰਿਹਾ ਹੈ। ਤੇ ਫਿਰ ਰਵਿਦਾਸ ਜੀ ਜੰਗਲ ਦੇ ਵਿੱਚ ਇੱਕ ਮੰਦਰ ਸੀ, ਤੇ ਬ੍ਰਾਹਮਣ ਨਫ਼ਰਤ ਕਰਦੇ ਆ, ਉੱਥੇ ਸੇਵਾ ਲਈ ਚਲੇ ਜਾਂਦੇ ਸੀ। ਭਗਵਾਨ ਨੇ ਕਿਹਾ ਮੇਰਾ ਭਗਤ ਆ, ਉਹ ਰਸਤੇ 'ਚ ਮੋਹਰਾਂ ਖਿਲਾਰ ਦਿੱਤੀਆਂ, ਪਿੱਛੇ ਮੁੜਿਆ। ਆਕਾਸ਼ਬਾਣੀ ਹੋਏ ਰਵਿਦਾਸ ਜੀ ਤੁਸੀਂ ਮੇਰੀ ਸੇਵਾ ਕਰਦੇ ਆ, ਇਹ ਮੋਹਰਾਂ ਵਰਤ ਲਓ। ਕਹਿਣ ਲੱਗੇ ਮਹਾਰਾਜ ਮਾਇਆ ਪਾ ਕੇ ਮੈਨੂੰ ਕਿਉਂ ਭਰਮਾਉਂਦੇ ਆ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤੀ ਦੇਵੋ। ਚੋਜੀ ਮੇਰੇ ਪਿਆਰਾ, ਚੋਜੀ ਮੇਰੇ ਗੋਬਿੰਦਾ, ਹਰ ਬ੍ਰਹਮ ਮੇਰਾ ਚੋਜੀ ਜਿਓ, ਆਪੇ ਖਾਨੋ ਪਾਇਦਾ ਮੇਰੇ ਗੋਬਿੰਦਾ, ਆਪੇ ਗੋਪੀ ਖੋਜੀ ਜਿਓ। ਹੁਣ ਰਵਿਦਾਸ ਦੀ ਤਿਆਗ ਬਰਾਗ ਕਰਕੇ ਬੜੀ ਮਹਿਮਾ ਹੋ ਗਈ, ਬ੍ਰਾਹਮਣਾਂ ਨੂੰ ਬੜੀ ਈਰਖਾ ਹੋ ਗਈ। ਇਹਨੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਕਿ ਇਹ ਸ਼ੂਦਰ ਹੈ ਤੇ ਇਸ ਨੂੰ ਠਾਕਰਾਂ ਦੀ ਪੂਜਾ ਦਾ ਅਧਿਕਾਰ ਨਹੀਂ ਹੈਗਾ। ਤੇ ਰਵਿਦਾਸ ਨੂੰ ਬੁਲਾ ਲਿਆ। ਜਿਹੜੇ ਪੁੱਛਿਆ ਉਹ ਕਹਿੰਦੇ ਵੀ ਠਾਕਰਾਂ ਤੋਂ ਹੀ ਨਿਰਣਾ ਲੈ ਲਓ। ਇੱਕ ਪਾਸੇ ਗੰਗਾ ਦੇ ਪਰਲੇ ਪਾਸੇ ਇਹ ਆਪਣੇ ਠਾਕਰ ਰੱਖ ਦੇਣ, ਮੈਂ ਆਪਣੇ ਰੱਖ ਦਿੰਦਾ। ਜਦੋਂ ਇਸ ਤਰ੍ਹਾਂ ਕੀਤਾ ਗਿਆ ਤੇ ਰਵਿਦਾਸ ਜੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨ ਸੂਝ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ, ਰਾਹ ਮਲਨ ਪਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਪ੍ਰਮ ਚੂਕੇ, ਮੈਂ ਸੁਮਤ ਦੇਹੋ ਸਮਝਾਏ। जोगी सर पावे है नहीं, तोय गुण कथन अपार, प्रेम भगत के कारण कह रविदास चमार। ये पातशाह जिमें खूह दादर डिडूआं नाल भरिया हुंदा ते उस नूं सागर दी कोई सोझी नहीं हुंदी, ते मैनू भी महाराज इतनी सोझी नहीं, आप किरपा करो। देश विदेश में मैं नहीं बुझ रहा, मेरा मन वेखिया बकारां दे विच मोया होया, आरा पार दी सूझ नहीं, तुसीं सारे भवन दे मालक हैं, एक संदर्श दिखाओ, मेरी मत मलीन हुई है, तेरी गत लिखी नहीं जाती, आप किरपा करो, मेरा भरम दूर करो, समत दे के समझाओ। जोगियां दे ईसर वो भी तेरा भेद नहीं जानते, तेरे कथन गुण बेअंत है। प्रेम भगत दे कारण रविदास चमार चम दे आले च बैठा बेनती करता है, मेरे ते किरपा करो। जदों भगत जी ने इस तरह बेनती की ते भगत जी ने दूआ शब्द पढ़िया, हम सर दीन दयाल न तुम सर, अब पतियार क्या कीजै, बचनी तोर मोर मन मन, जन को पूरन दीजै। हम बल बल जाओ मैया कारने, कारण कवनो बोल रहो, बहुत जन बिछरे थे माधो, यह जन्म तुम्हारे लेखे, यहो जन्म तुम्हारे लेखे, प्यार उदास आस लग जीवों, चिर पर दर्शन देखे। मेरे वर्गा गरीब नहीं, तुहाडे वर्गा दयालू नहीं। हुण पतियावारा ना लो, इम्तिहान नहीं पास होना बड़ा औखा, तेरे वचन मेरा मन मंदा, मैनू पूर्ण अवस्था दिओ। हे रमे हुए राम तो तुम बार बार जाना, मेरे नाल क्यों नहीं बोलते, बहुत जन्म तो तुम बिछड़िया, ये जन्म हुण तेरे लेखे है, तुहाडी आस लग के जींदा, चिर पिओ दर्शन देखे। तुहाडे दर्शन कीतियां बड़ा टाइम हो गया, किरपा करो। जदों रविदास बराग विच शब्द पढ़िया ते जिहड़े ठाकर परले पासे रखे सी,
ਉਹ ਆ ਕੇ ਰਵਿਦਾਸ ਦੀ ਗੋਦ ਵਿੱਚ ਬੈਠ ਗਏ ਅਤੇ ਬ੍ਰਾਹਮਣ ਨੂੰ ਬੜਾ ਸ਼ਰਮਿੰਦੇ ਹੋਣਾ ਪਿਆ। ਇੱਧਰ ਫਿਰ ਬ੍ਰਾਹਮਣ ਨੂੰ ਬੜੀ ਈਰਖਾ ਹੋਈ ਅਤੇ ਭਗਤ ਜੀ ਦੀ ਬੜੀ ਮਹਿਮਾ ਹੋਈ, ਉੱਥੇ ਬੜੇ ਸ਼ਰਮਿੰਦੇ ਹੋਏ। ਫਿਰ ਇਹਨਾਂ ਨੇ ਆਪਣੇ ਜਿਹੜਾ ਚਿਤੌੜਗੜ੍ਹ ਦਾ ਰਾਜਾ ਸੀ ਉਹਦੇ ਕੋਲ ਸ਼ਿਕਾਇਤ ਕੀਤੀ, ਤੁਹਾਡੀ ਜਿਹੜੀ ਰਾਣੀ ਚਾਲੀ ਆ ਇਹਨ ਸਵਰਨ ਜਾਤੀ ਦੇ ਹਾਂਜੀ ਰਵਿਦਾਸ ਨੂੰ ਆਪਣਾ ਗੁਰੂ ਬਣਾ ਲਿਆ। ਹਾਂਜੀ ਰਾਜਾ ਕਹਿਣ ਲੱਗਾ, ਭਾਈ ਇਹ ਤਾਂ ਕਮਾਈ ਦੀ ਗੱਲ ਸਾਰੀ ਹੁੰਦੀ ਹੈ। ਉੱਥੇ ਵੀ ਉਹਨੇ ਭੰਡਾਰਾ ਕੀਤਾ ਤੇ ਉਹ ਛੱਡ ਕੇ ਪਰੇ ਹੋ ਗਏ। ਵੀ ਕਲਯੁਗ ਦੀਆਂ ਨਿਸ਼ਾਨੀਆਂ ਬ੍ਰਾਹਮਣ ਨੂੰ ਛੱਡ ਕੇ ਤੁਸੀਂ ਨੀਚ ਜਾਤੀ ਨੂੰ ਮਾਣ ਦਿੰਦੇ ਆ। ਉਹ ਕਹਿੰਦੇ ਵੀ ਤੁਸੀਂ ਆਪਣਾ ਭੰਡਾਰਾ ਤਿਆਰ ਕਰ ਲਓ, ਰਸਤ ਲੈ ਲਓ। ਜਿਹੜੇ ਭੰਡਾਰਾ ਤਿਆਰ ਕਰਕੇ ਛਕਣ ਲੱਗੇ ਹਰ ਇੱਕ ਬ੍ਰਾਹਮਣ ਦੇ ਨਾਲ ਉੱਧਰ ਵੀ ਰਵਿਦਾਸ ਬੈਠਾ, ਉੱਧਰ ਵੀ ਬੈਠਾ ਅਤੇ ਬ੍ਰਾਹਮਣ ਫਿਰ ਬਹੁਤ ਸ਼ਰਮਿੰਦੇ ਹੋਏ। ਵਿਲੰਬ ਛੱਡ ਆਈਏ ਕਿ ਤੋ ਬੁਲਾਏ ਲੀਜੀਏ, ਪਤ ਮਾਮ ਨਾਮੇ ਆਪਨ ਸ਼ੀਘਰ ਸਾਚ ਕੀਜੀਏ। ਅਤੇ ਇਸ ਤਰ੍ਹਾਂ ਫਿਰ ਜਿਹੜੀ ਲਾਜ ਸੀ ਰਵਿਦਾਸ ਦੀ ਰੱਖੀ ਹੈ, ਉੱਥੇ ਵੀ ਬੜੇ ਇਹ ਸ਼ਰਮਿੰਦੇ ਹੋਏ ਹੈ। ਸੋ ਇਸ ਤਰ੍ਹਾਂ ਫਿਰ ਰਾਣੀ ਚਾਲੀ ਨੇ ਇੱਕ ਵਾਰੀ ਇਸ ਤਰ੍ਹਾਂ ਹੀਰਾ ਭੇਟ ਕੀਤਾ ਕਿ ਮਾਰਾ ਵਰਤੋ। ਕਹਿਣ ਲੱਗੇ, ਦੇਵੀ ਸਾਡੇ ਕਿਹੜਾ ਕੰਮ ਆ। ਅਤੇ ਉਹ ਉੱਥੇ ਰਾ ਗਈ ਅਤੇ ਜਦੋਂ ਫਿਰ ਆਈ ਵੀ ਮਾਰਾ ਤੁਸੀਂ ਵਰਤਿਆ ਨਹੀਂ। ਕਹਿਣ ਲੱਗੇ, ਪੁੱਤਰੀ ਹਰਸੋਂ ਹੀਰਾ ਛਾੜ ਕੇ ਕਰਾਇਆ ਉਨ ਕੀ ਆਸ, ਤੇਰ ਨਰ ਦੋਜਕ ਜਾਣਗੇ ਸੱਤ ਪਾਖੇ ਰਵਿਦਾਸ। ਵੀ ਨਾਮ ਨੂੰ ਵੱਡਾ ਹੀਰਾ ਕਿਹੜਾ। ਅਤੇ ਗੰਗਾ ਦਾ ਨਹਾਉਣ ਦਾ ਪੁਰਬ ਆ ਗਿਆ, ਲੋਕ ਦਰਸ਼ਨਾਂ ਨੂੰ ਗਏ। ਕਹਿੰਦੇ ਰਵਿਦਾਸ ਜੀ ਚਲੋ, ਕਹਿੰਦੇ ਆ ਸਾਡਾ ਕਸੀਰਾ ਲੈ ਲਓ ਅਤੇ ਆ ਸੂਤ ਗੰਗਾ ਮਈਆ ਹੱਥ ਕੱਢ ਕੇ ਲਵੇ ਅਤੇ ਦੇਣਾ। ਉਹਨੇ ਜਿਹੜੇ ਜਾ ਕੇ ਬੇਨਤੀ ਕੀਤੀ ਅਤੇ ਇਸ ਤਰ੍ਹਾਂ ਦੇਵੀ ਦੇ ਰੂਪ 'ਚ ਗੰਗਾ ਨੇ ਪ੍ਰਗਟ ਹੋ ਕੇ ਕੱਢ ਕਸੀਰਾ ਸੌਂਪਿਆ। ਰਵਿਦਾਸੇ ਗੰਗਾ ਕੀ ਭੇਟਾ। ਇਸ ਵਾਸਤੇ ਫਿਰ ਰਵਿਦਾਸ ਦੇ ਐਸੇ ਸ਼ਬਦ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਸੋ ਇਸ ਵਾਸਤੇ ਜੋਪ ਹੈ ਹਮ ਨਾ ਪਾਪ ਕਰੰਤਾ ਹੈ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਜੇ ਪਾਪ ਨਾ ਕਰਦਾ ਇਹ ਅਨੰਤ ਵਾਹਿਗੁਰੂ, ਤੇਰਾ ਨਾਮ ਪਤਿਤ ਪਾਵਨ ਕਿਵੇਂ ਪੈਂਦਾ। ਜੇ ਤੂੰ ਪਿੱਛੇ ਵੀ ਇੰਨੇ ਪਾਪੀ ਬਖਸ਼ੇ ਹੈ, ਹੁਣ ਵੀ ਕਿਰਪਾ ਕਰਕੇ ਬਖਸ਼ ਦਿਓ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ। ਤੁਸੀਂ ਅੰਤਰਜਾਮੀ ਸਭ ਦੇ ਮਾਲਕ ਹੋ। ਪ੍ਰਭੂ ਤੋਂ ਜਨ ਨਾਮ ਤੋਂ ਜਾਣੇ ਜਾਂਦੇ, ਜਨਾਂ ਤੋਂ ਸੁਆਮੀ ਦੀ ਵਡਿਆਈ ਪ੍ਰਗਟ ਹੁੰਦੀ ਹੈ। ਹਰ ਜੀ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਇਸ ਵਾਸਤੇ ਜਿੱਥੇ ਕਿੱਥੇ ਵੀ ਇਹਨਾਂ ਨੇ ਈਰਖਾ ਕੀਤੀ ਅਤੇ ਮਹਾਰਾਜ ਨੇ ਰਵਿਦਾਸ ਦੀ ਹਰ ਜਗ੍ਹਾ ਹੀ ਲਾਜ ਰੱਖੀ ਹੈ। ਸੀਰ ਅਰਾਧਿਆ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੇ ਕੋ। ਇਸ ਵਾਸਤੇ ਭਗਤਾਂ ਜਾਤ ਸਨਾਤਨਾ ਕਾਈ। ਸੋ ਇਸ ਵੇ ਜਿਹੜੇ ਬ੍ਰਾਹਮਣ ਇਹ ਪੰਡਤ ਸੇਵਕ ਬਣ ਗਏ ਅਤੇ ਫਿਰ ਉਹਨਾਂ ਦਾ ਜਿਹੜਾ ਹੰਕਾਰ ਸੀ ਉਹ ਟੁੱਟ ਗਿਆ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਭਗਤ ਭਗਤ ਜਗ ਵਜਿਆ। ਚੌਂ ਚੱਕਾਂ ਦੇ ਵਿੱਚ ਅਮਰੇਟਾ, ਪਾਣਾ ਗੰਡੇ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਨਾ ਬਣਾਇਆ ਸੰਗ ਮਿਲਕ ਬਨਾਰਸ ਕਰ ਗੰਗਾ,
थेटा, कड कसीरा सो प्यारो दासे गंगा की गंगा दी पेटा, लगा परोवी दा डिठा चलता चरज बेटा, लिया कसीरा हथ कड सूतियों कताना पेटा, भगत जना हर मां प्यो बेटा। क्यों भगतां जात सनातन काई, केपट पांडा कहे ना कोई ऐसा भगत वर्ण में होए, कहे ना कोई ऐसा भगत वर्ण में होए। जिमें घ्यो नूं कोई माड़ा नहीं कहना। पट रेशम नूं चंगा, इस तरह भगत किहे जात भी होवे वो पवित्र है। तो जदों फिर कहन लगे फिर कि जंजू नहीं पाया, उन्हें कढ़ के दिखालता। फिर कहंदे गंगा नहाउण चलीए, तो जिहड़ी सिला चक्की थल्लियों जल दा सोमा फुट पिया। इसे तरह रविदास ने एक सिला रखी सी, उत्ते कृष्ण की मूर्ति सी। वो सेठ आ गया भी तुसीं पूरा सत्कार नहीं करते, मैनू दे दिओ। कहंदे तू लै जा। हुण बहुत सोहना मंदिर बना के वेद मंत्र पढ़ के सारा जग हवन करके मूर्ति गंगा इशनान करके रात दी। तो जदों रात नूं सुता, उहदी सिल ते आके बह गई कि मैनू तो रविदास कोले छड्ड के आ। फिर माफ़ी मंग के उत्थे ही छड्ड के गया। सो इस तरह भगत रविदास जी की महिमा परमेश्वर ने किस तरह प्रगट की है। मेरी संगत पोच सो दिन राती, मेरा कर्म कुटलता जन्म कुपांती, आराम गसैया जी के जीवन मोहन वसारो मैं जन तेरा, मेरी हरो बिपत जन करो सफाई, चरण छाडो शरीर कल जाई, कह रविदास परों तेरी सांभा, बेग मिलो मोहे करना लांभा। सो अज संगतां भगत रविदास जी का ये पवित्र जन्मदिन मना रही हैं। 644 साल हो गए, तो अज भी उन्होंने वडियाई संगतां विच प्रगट है। जगह जगह नगर कीर्तन हो रहे हैं, दीवान सजदे हैं, तो उन्होंने जस हो रहे हैं। सो इस वास्ते भगत रविदास जी ने बाणी उचारी है, गुरु ग्रंथ साहिब च गुरु अर्जन साहिब ने दर्ज की है। तो उन्होंने शब्द पढ़ के बड़े बड़े विद्वान भी हैरान हो जाते हैं कि किस तरह उन्होंने बाणी बड़ी अमोलक है और कैसी ज्ञान विचार दे सहत हैगी है। सो इस करके भगत रविदास जी काशी दे विच उन्होंने जन्म होया। उत्थे ही उन्होंने कितना समा परमात्मा की बंदगी की, भजन के प्रताप दे नाल अज भी उन्होंने वडियाई संसार ते प्रगट हैगी है। सो इस तरह पंजाब विच भी आए खरालगढ़, उत्थे दा जिहड़ा बेनेपाल राजा सी ते झालां बाई इत्थे आई, तो वहदा मासड़ लगदा सी। जिले देखिया कि साडी भाणजी इस नीउन जाति के भगत ना घूम रही है, उन्हें फिर कहते भी आ खरास फेरो। रविदास नूं मशक्कत लाती ते भगत रविदास जी बैठे सिमरन करते रहे। वो खरास जड़ा अपने आप चलता रहा। फिर आके बेनेपाल ने माफ़ी मंगी, तो वो जगह की जिहड़ी वसीयत आ अज भी भगत रविदास जी के नां हैगी है।
ਫਿਰ ਪਾਣੀ ਦੀ ਕਿੱਲਤ ਕਰਕੇ ਪਹਾੜੀ ਇਲਾਕਾ ਸੀ, ਬੇਨਤੀ ਕੀਤੀ, ਕਹਿੰਦੇ ਦੱਸੋ ਕਿੱਥੇ। ਉੱਥੇ ਫਿਰ ਰਵਿਦਾਸ ਜੀ ਨੇ ਕਿਰਪਾ ਕਰਕੇ ਚਰਨ ਗੰਗਾ ਜਿਹੜੀ ਪ੍ਰਗਟ ਕੀਤੀ, ਦਰਸ਼ਨ ਕੀਤੇ ਆ। ਉਹ ਉੱਥੋਂ ਫੁੱਟਦੀ ਹੈ, ਉੱਥੇ ਫਿਰ ਲੋਪ ਹੋ ਜਾਂਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਕਥਾਵਾਂ ਹੈਗੀਆਂ, ਕਿਉਂਕਿ ਭਗਤ ਜੀ ਜਿਹੜੇ ਸੀ ਕਾਸ਼ੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਔਰ ਬਨਾਰਸ ਕਹਿ ਦਿੰਦੇ ਪਿਤਾ ਦਾ ਨਾਮ ਰਘੂ, ਮਾਤਾ ਦਾ ਨਾਮ ਤੁਰਬਿਨੀ ਹੈ। ਉਹਨਾਂ ਦੇ ਗ੍ਰਹਿ 'ਚੋਂ ਪ੍ਰਗਟ ਹੋਏ ਸੀ। ਇਹ ਰਾਮਾਨੰਦ ਜੀ ਦਾ ਜਦੋਂ 5 ਦਿਨ ਦੇ ਸੀ ਪ੍ਰਗਟ ਹੋਏ, ਦਰਸ਼ਨ ਹੋਏ, ਉਹਨਾਂ ਨੇ ਫਿਰ ਕਿਰਪਾ ਕੀਤੀ। ਸੋ ਇਸ ਵਾਸਤੇ ਭਗਤ ਰਵਿਦਾਸ ਜੀ ਨੇ ਫਿਰ ਆਪਣੀ ਜੋ ਪਿਤਾ ਪੁਰਖ ਸੀ ਕਿਰਤ ਵਗੈਰਾ ਉਹ ਕਰਦੇ ਰਹੇ, ਅਤੇ ਪੰਡਤ ਲੋਕ ਵੀ ਦੁਸ਼ਮਣੀ ਕਰਦੇ ਰਹੇ। ਮਲਹਾਰ ਬਾਣੀ 'ਚ ਭਗਤਾਂ ਦਾ ਸ਼ਬਦ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਉ, ਸੁਰ ਸ੍ਰੀ ਸਲਲ ਕ੍ਰਿਤ ਵਾਰਨੀ ਰੇ, ਸੰਤ ਜਨ ਕਰਤ ਨੀ ਪਾਨੰ, ਸੁਰਾ ਪਵਿੱਤਰ ਨਾਤਾ ਪਰ ਜਲ ਰੇ, ਸੁਰ ਸ੍ਰੀ ਮਿਲਤ ਨੇ ਹੋਏ ਹਨ, ਤਰ ਤਾਰ ਪਵਿੱਤਰ ਕਰ ਮਨੀਏ ਰੇ, ਐਸੇ ਕਾਗਰਾ ਕਰਦ ਵਿਚਾਰਨ, ਭਗਤ ਭਗਉਤ ਲਿਖੀਐ ਤੇ ਉਪਰੇ ਪੂਜੀਏ ਕਰ ਨਮਸਕਾਰਨ। ਕਹਿੰਦੇ ਨਗਰ ਵਾਸੀਓ ਕੋਈ ਭੁਲੇਖਾ ਨਾ ਖਾਓ, ਮੇਰੀ ਜਾਤ 'ਚ ਮਾਰਿਆ, ਰਾਮ ਦਾ ਨਾਮ ਜਪਣ ਨਾਲ ਮੇਰੀ ਮਹਿਮਾ ਨੂੰ ਸਾਰੇ ਲੋਕ ਚੰਗਾ ਜਾਣਨ ਲੱਗ ਪਏ। ਪਰਮਾਤਮਾ ਦਾ ਨਾਮ ਉੱਤਮ ਆ, ਗੰਗਾ ਦਾ ਜਲ ਪਵਿੱਤਰ ਆ। ਜਿਹੜੇ ਬੇਸਮਝ ਬੰਦੇ ਆ ਉਹ ਗੰਗਾ ਦੇ ਜਲ ਨਾਲ ਸ਼ਰਾਬ ਕੱਢਦੇ ਆ, ਉਹਨੂੰ ਰਾਖਸ਼ ਪੀਂਦੇ ਆ, ਚੰਗੇ ਪੁਰਸ਼ ਨਹੀਂ ਪੀਂਦੇ। ਇਸ ਤਰ੍ਹਾਂ ਜਨਮ ਕਰਕੇ ਅਸੀਂ ਉੱਤਮ ਆ, ਕਰਮ 'ਤੇ ਵਿਚਾਰ ਕਰਕੇ ਨੀਵੇਂ, ਕਦੀ ਮਾੜੇ ਬਣ ਗਏ, ਹੁਣ ਉੱਚੇ ਹੋ ਗਏ, ਉੱਚੇ ਹੋ ਗਏ। ਇਸ ਤਰ੍ਹਾਂ ਕਹਿੰਦੇ ਚੰਗਾ ਦਾ ਪਵਿੱਤਰ ਜਲ ਮਿਲ ਕੇ ਦੂਆ ਜਲ ਚੰਗਾ ਹੋ ਜਾਂਦਾ। ਤਾੜ ਦੇ ਪੱਤੇ ਮਾੜੇ ਆ, ਉਹਨਾਂ ਨੂੰ ਸ਼ਰਾਬ ਨਿਕਲਦੀ, ਮਾੜੇ ਕਹਿੰਦੇ। ਜੇ ਨਾਮ ਲਿਖਿਆ ਜਾਏ ਪੂਜਨੀਕ ਹੋ ਜਾਂਦੇ, ਦੁਨੀਆ ਨਮਸਕਾਰ ਕਰਦੀ ਹੈ। ਇਸ ਤਰ੍ਹਾਂ ਜਨਮ ਕਰਕੇ ਕੋਈ ਨੀਚ ਘਰ ਜੰਮਿਆ, ਭਗਤੀ ਕਰਕੇ ਉੱਚਾ ਹੋ ਜਾਂਦਾ। ਉੱਚੀ ਕੋਲ ਵਾਲਾ ਮਾੜੇ ਕਰਮ ਕਰਕੇ ਮਾੜੇ ਹੋ ਜਾਂਦਾ, ਜਿਵੇਂ ਇੰਦਰ ਨੂੰ ਸ਼ਰਾਪ ਮਿਲ ਗਿਆ ਸੀ। ਇਸ ਵਾਸਤੇ ਅਤੇ ਭਗਤਾਂ ਦੀ ਜਿਹੜੀ ਵਡਿਆਈ ਹੈ ਉਹ ਸਾਰੇ ਆਉਣ ਲੱਗੀ। ਭਗਤ ਨੇ ਫਿਰ ਸਰਾਂ ਤਿਆਰ ਕਰਾਈ, ਪੂਜਾ ਹੋਣ ਲੱਗੀ। ਪੰਡਤ ਲੋਕ ਬੜੇ ਸਾੜਾ ਕਰਨ ਲੱਗੇ, ਈਰਖਾ, ਇਹ ਉੱਚੀ ਕੋਲ ਵਾਲਿਆਂ ਨੂੰ ਪੂਜਾ ਕਰਾਉਂਦਾ, ਮੁਕਤੀ ਦਾ ਰਾਹ ਦੱਸਦਾ, ਬਾਹਮਣ ਬਿਨਾਂ ਅਧਿਕਾਰ ਨਹੀਂ, ਦੇਵਤਿਆਂ ਦੀ ਮੂਰਤੀਆਂ ਕਿਉਂ ਰੱਖੀਆਂ, ਕਾਛੀ ਲੋਕ ਇਕੱਠੇ ਨਵਾਬ ਕੋ ਹੈ, ਅਤੇ ਉਹਨੀ ਮਨੋ ਸਿਮਰਤੀ ਦਾ ਆਸਰਾ ਲਿਆ ਵੀ ਸ਼ੂਦਰਾਂ ਨੂੰ ਦੇਵਤਿਆਂ ਦੀ ਪੂਜਾ ਅਧਿਕਾਰ ਨਹੀਂ, ਦੇਵ ਦਰਸ਼ਨ ਵੀ ਨਹੀਂ ਕਰ ਸਕਦੇ। ਕਹਿੰਦੇ ਹਨੇਰ ਪਿਆ, ਧਰਮ ਭ੍ਰਿਸ਼ਟ ਹੋ ਗਿਆ। ਉਸ ਵੇਲੇ ਫਿਰ ਉਹ ਨਵਾਬ ਸਿਆਣਾ ਸੀ, ਇਨਸਾਫ ਲਈ ਜਿਹੜੇ ਸੱਦਿਆ। ਉਹ ਕਹਿੰਦੇ ਵੀ ਤਾਂ ਹੁਣ ਪਰਮੇਸ਼ਰ ਸੰਬੰਧੀ ਝਗੜਾ ਪਈ। ਉਹ ਫਿਰ ਜਿਸ ਤਰ੍ਹਾਂ ਗੰਗਾ ਦੇ ਪਰਲੇ ਪਾਸੇ ਉਹਨੇ ਬੜੇ ਜਾਦੂ ਮੰਤਰ ਕੀਤੇ, ਰਵਿਦਾਸ ਜੀ ਭਜਨ ਕਰਦੇ ਰਹੇ, ਭਗਵਾਨ ਨੇ ਉਹਨਾਂ ਦੀ ਲਾਜ ਰੱਖੀ। ਔਰ ਭਗਵਾਨ ਅੱਗੇ ਬੇਨਤੀ ਕੀਤੀ, ਤੁਮ ਚੰਦਨਾਮ ਕਰਿੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੂਪ ਤੇ ਉੱਚ ਪਏ हैं गंध सुगंध निवासा, माधव सत्संगत शरण तुम्हारी, हम अवगन तुम अपकारी रहो, तुम मखतूल सफेद सपियल, हम बपरे जस कीरा, सत्संगत मिल रही है माधव जैसे मदम मखीरा, मदप मखीरा जाति ओछा पाती ओछा, ओछा जन्म मारा, राजा राम की सेवना कीनी ਕਹਿ ਰਵਿਦਾਸ ਮਾਰਾ। ਕਹਿੰਦੇ ਭਗਵਾਨ ਤੁਸੀਂ ਤਾਂ ਚੰਦਨ ਸਰੂਪ ਹੈ, ਮੈਂ ਰਿੰਡ ਦੀ ਤਰ੍ਹਾਂ, ਪਰ ਇਹ ਆਸ ਹੈ ਤੁਹਾਡੇ ਨਾਲ ਮੇਰਾ ਨਿਵਾਸਾ, ਤੁਹਾਡੇ ਨਾਲ ਪਿਆਰ ਹੈ। ਤੁਸੀਂ ਕਿਰਪਾ ਕਰਕੇ ਨੀਵੇਂ ਰੁਖ ਤੋਂ ਉੱਚੇ ਹੋ ਗਏ, ਮੈਂ ਮੂਲੀ ਅਤੇ ਮਾਰ ਤੋਂ ਭਗਤ ਰਵਿਦਾਸ ਬਣਿਆ। ਸੁਗੰਧੀ ਆਈ ਹੈ ਨਾਮ ਦੀ, ਭਗਤ ਤੇਰੇ ਸੰਤਾਂ ਦੀ ਸੰਗਤ ਕਰਦਾ, ਸਤਸੰਗ ਪੁੱਜਿਆ ਤੇਰੀ ਸ਼ਰਨ 'ਚ ਪਹੁੰਚ ਜਾਈਦਾ।
ਮੇਰੇ ਬਹੁਤ ਔਗਣ ਹੈ ਮਾੜੇ ਕੰਮ, ਪਰ ਆਪ ਉਪਕਾਰ ਕਰਨ ਵਾਲੇ ਆ। ਭਗਵਾਨ ਆਪ ਰੰਗ ਬਰੰਗੇ ਰੇਸ਼ਮ ਦੇ ਗਦੈਲਿਆਂ ਵਾਂਗ ਪਵਿੱਤਰ ਅਸੀਂ ਕੀੜੇ ਨਹੀਂ ਰੇਸ਼ਮ ਨੂੰ ਟੁੱਕਣ ਵਾਲੇ, ਕੀੜੇ ਦਾ ਵਾਹ ਰੇਸ਼ਮ 'ਚ ਹੁੰਦਾ। ਇਸ ਤਰ੍ਹਾਂ ਸਾਡੇ 'ਤੇ ਮਿਹਰ ਕੀਤੀ ਹੈ। ਮੂਲੀ ਜਾਤ ਪਾਤ ਨਹੀਂ। ਰਵਿਦਾਸ ਚਮਿਆਰ ਕਹਿ ਰਿਹਾ, ਇਹ ਭਗਵਾਨ ਤੁਸਾਂ ਦੀ ਸੇਵਾ ਨਹੀਂ ਕੀਤੀ, ਭਗਤੀ ਤੋਂ ਕੋਰੇ ਹਾਂ, ਕਿਰਪਾ ਕਰੋ, ਮਿਹਰ ਕਰੋ, ਆਪਣਾ ਦਰਸ਼ਨ ਦਿਓ। ਜਦੋਂ ਯਾਦ ਕੀਤਾ ਮਹਾਰਾਜ ਸਹਾਈ ਹੋਏ ਅਤੇ ਭਗਤ ਨੂੰ ਆ ਕੇ ਦਰਸ਼ਨ ਦਿੱਤੇ ਅਤੇ ਟਲ ਜਿਹੜੇ ਸੀ ਖੜਕ ਗਏ। ਇਸ ਵਾਸਤੇ ਫਿਰ ਸਾਧੂ ਕੀ ਜੋ ਲੇਹੇ ਓਟ, ਤੇਰੇ ਮਿਟ ਹੈ ਪਾਪ ਸਭ ਕੋਟ ਕੋਟ, ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਇਸ ਵਾਸਤੇ ਫਿਰ ਜਦੋਂ ਕੋਈ ਸੰਗੀ ਚਤੌੜ ਤੋਂ ਆਏ ਸੀ, ਚਾਲੀ ਰਾਣੀ ਨੇ ਮਹਿਮਾ ਸੁਣੀ ਅਤੇ ਫਿਰ ਉਹਨਾਂ ਨੇ ਆ ਕੇ ਭਗਤ ਜੀ ਦੀ ਸਿੱਖਿਆ ਧਾਰਨ ਕੀਤੀ। ਉਸ ਵੇਲੇ ਫਿਰ ਭਗਤ ਜੀ ਨੇ ਇਹਨਾਂ ਦਾ ਹੰਕਾਰ ਤੋੜਨ ਲਈ ਕਿਹਾ ਸੀ ਨਾ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ ਰਹਾਓ, ਰਾਖੋ ਕੰਧੋ ਸਾਰੋ ਨੀਵਾ, ਸਾਢੇ ਤੀਨ ਹਾ ਤੇਰੀ ਸੀਵਾ, ਬਾਂਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ओछा जन्म हमारा, तुम शरणागत राजा रामचंद, कह रविदास चुमारा। भगत जी कहते शरीर ਜਿਹੜਾ ਨਿਰਮਾਣ ਕਰਦੇ ਆ, ਇਹ ਪਾਣੀ ਦੀ ਕੰਧ ਆ, ਹਵਾ ਦਾ ਆਸਰਾ, ਮਾਂ ਦੀ ਰਗਤ ਬਾਪ ਦੀ ਅੰਸ਼ ਤੋਂ ਇਹ ਗਾਰਾ ਲੱਗਾ ਹੈ, ਹੱਡੀਆਂ ਮਾਸ ਨਾੜੀਆਂ ਦਾ ਪਿੰਜਰਾ, ਪਿੰਜਰੇ 'ਚ ਇਹ ਜੀਵ ਰੂਪ ਪੰਛੀ ਰਹਿ ਰਿਹਾ। ਜੇ ਇਸ ਨਾਲ ਮੇਰਾ ਤੇਰਾ ਕੁਝ ਨਹੀਂ। ਪੰਛੀ ਆਉਂਦੇ ਆ, ਸ਼ਾਮ ਨੂੰ ਰੁੱਖ 'ਤੇ ਬਹਿ ਜਾਂਦੇ, ਸਵੇਰੇ ਫਿਰ ਉੱਡ ਜਾਂਦੇ ਆ, ਅਗਲੇ ਦਿਨ ਕਿਸੇ ਹੋਰ ਦਰੱਖਤ 'ਤੇ ਜਾ ਬਹਿ ਜਾਂਦੇ। ਇਸ ਵਾਸਤੇ ਉਹ ਰੁੱਖ ਨੂੰ ਕਦੀ ਆਪਣਾ ਨਹੀਂ ਕਹਿੰਦੇ। ਇਸ ਤਰ੍ਹਾਂ ਜੀਵ ਸੰਸਾਰ 'ਚ ਆਉਂਦਾ ਚਲਿਆ ਜਾਂਦਾ, ਨਾ ਆਉਂਦਿਆਂ ਨਾਲ ਕੁਝ ਲਿਆਉਂਦਾ, ਨਾ ਜਾਂਦਿਆਂ ਕੋਈ ਵਸਤੂ ਲੈ ਕੇ ਜਾਂਦਾ। ਮਿੱਟੀ ਦਾ ਸਰੀਰ ਇੱਥੇ ਛੱਡਣਾ ਪੈ ਜਾਂਦਾ। ਇਸ ਦੇ ਸੁੱਖਾਂ ਲਈ ਡੂੰਘਾ ਰੱਖ ਕੇ ਮੰਦਰ ਕਿਲੇ ਉਸਾਰ ਰਿਹਾ, ਕੀ ਲਾਭ ਹੈ ਤੇਰੇ ਵਾਸਤੇ? 3.5 ਹੱਥ ਜਗ੍ਹਾ ਹੀ ਕਾਫੀ ਹੈ। ਉਹ ਮੂਰਖ ਬੰਦਿਆ, ਸੁੰਦਰ ਬਾਲ ਵਾਹ ਕੇ ਪੱਗ ਨੂੰ ਟੇਢੀ ਬਣ ਕੇ ਆਕੜ ਕੇ ਫਿਰਦਾ, ਪਰ ਕਦੀ ਸੋਚਿਆ ਇਹ ਸਰੀਰ ਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ। ਉੱਚੇ ਮੰਦਰਾਂ ਸ਼ੀਸ਼ ਮਹਿਲ ਰਹਿਣ ਵਾਲਿਓ, ਸੁੰਦਰ ਔਰ ਜੋਬਨ ਮੱਤੀ ਵਾਲੀ ਮਟਿਆਰੋ, ਪਰਮੇਸ਼ਰ ਨਾਮ ਬਿਨਾਂ ਇਹ ਜੀਵਨ ਦੀ ਬਾਜੀ ਹਾਰ ਜਾਓਗੇ। ਅਤੇ ਉੱਚੇ ਮੰਦਰ ਸੁੰਦਰ ਇਸਤਰੀਆਂ ਤੂੰ ਪ੍ਰੀਤੀ ਕੀਤੀ, ਅਫਸੋਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਜੀ ਹਾਰ ਦਿੱਤੀ, ਮਨੁੱਖ ਜਨਮ ਵਿਅਰਥ ਗਵਾ ਲਿਆ। ਤੇਰੀ ਜਾਤ ਨੀਵੀਂ ਪੱਤ ਨੀਵੀਂ ਹੈ, ਜਨ ਵੀ ਚਮਾਰਾਂ ਦੇ ਘਰ ਹੋਇਆ, ਜਿਹਨੂੰ ਛੂਦਰ ਛੂਤ ਕਹਿੰਦੇ, ਕੋਈ ਲਾਗੇ ਨਹੀਂ ਬਹਿਣ ਦਿੰਦਾ। ਫਿਰ ਤੂੰ ਦਾਤਾ ਬਖਸ਼ਿਸ਼ ਕਰ, ਮੈਂ ਤੇਰੀ ਸ਼ਰਨ ਡਿੱਗਿਆ, ਤੇਰੇ ਬਿਨਾਂ ਮੇਰਾ ਕੋਈ ਨਹੀਂ। ਅਤੇ ਜਦੋਂ ਇਹ ਸ਼ਬਦ ਪੜ੍ਹਿਆ, ਰਾਣੀ ਦੇ ਕਪਾਟ ਖੁੱਲ੍ਹ ਗਏ ਅਤੇ ਭਗਤੀ ਵਿੱਚ ਲੱਗ ਗਈ ਅਤੇ ਨਾਮ ਅਭਿਆਸ ਕਰਨਾ। ਇਸ ਵਾਸਤੇ ਫਿਰ ਜਦੋਂ ਇੱਧਰ ਲੱਗੀ, ਫਿਰ ਇਹਨਾਂ ਨੇ ਆਪਣੇ ਕਾਸ਼ੀ ਰਹੀ ਅਤੇ ਰਵਿਦਾਸ ਦੀ ਸੰਗਤ ਕਰਦੀ ਰਹੀ ਅਤੇ ਮਾਇਆ ਲੰਗਰ ਖਰਚੀ। ਇਹਨਾਂ ਨੂੰ ਹੀ ਰਖਾ ਹੋਏ ਪਏ, ਸਾਨੂੰ ਨਹੀਂ ਮੰਨਿਆ। ਹਾਂਜੀ, ਉਸ ਵੇਲੇ ਫਿਰ ਬੜਾ ਤੜਫੇ। ਹਾਂਜੀ, ਅਤੇ ਉਹਨਾਂ ਨੇ ਫਿਰ ਸ਼ਬਦ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ, ਨਾ ਤਸਵੀਰ ਖਰਾਜ ਨਾ ਮਾਲ, ਖੌਫ ਨਾ ਖਤ ਨਾ ਤਰਸ ਜਵਾਲ, ਅਬ ਮੁਹਿ ਖੂਬ ਬਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਪਾਈ ਰਹਾਓ, ਕਾਇਮ ਦਮ ਸਦਾ ਪਾਤਸ਼ਾਹੀ, ਦੋਮ ਨ ਸਿਮ ਨ ਏਕ ਸੋ ਆਹੀ, ਆਬਾ ਦਨ ਸਦਾ ਮਸ਼ਹੂਰ, ਉਹਾਂ ਬਨੀ ਬਸਹਿ ਮਾਬੂਰ, ਤਿਉਂ ਤਿਉਂ ਸੈਲ ਕਰਹਿ ਜੋ ਪਾਵੈ, ਮਹਿਰਮ ਮਹਿਲ ਨ ਕੋ ਅਟਕਾਵੈ, ਕਹਿ ਰਵਿਦਾਸ ਖਲਾਸ ਚੁਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਭਗਵਾਨ ਦਾ ਜਿਹੜਾ ਸਾਨੂੰ ਨਾ ਬੇਗਮਪੁਰਾ, ਉੱਥੇ ਨਾ ਕੋਈ ਫਿਕਰ ਆ, ਨਾ ਗਮ ਆ, ਨਾ ਕਸ਼ਟ ਆ, ਨਾ ਕਿਸੇ ਨੂੰ ਮਾਮਲਾ ਦੇਣਾ ਪੈਂਦਾ। ਉੱਥੇ ਕੋਈ ਡਰਦਾ ਨਹੀਂ, ਨਾ ਕਿਸੇ ਨੂੰ ਪੀੜ ਹੁੰਦੀ ਹੈ, ਸੁੱਖ ਸ਼ਾਂਤੀ ਦਾ ਰਾਜ ਆ। ਮੈਨੂੰ ਚੰਗੇ ਦੇਸ਼ 'ਚ ਘਰ ਮਿਲਿਆ, ਉੱਥੇ ਸੱਤੇ ਖੈਰਾਂ ਆ। ਉੱਥੇ ਦੀ ਪਾਤਸ਼ਾਹੀ ਬਦਲਣੀ ਨਹੀਂ, ਅਮਰ ਪਾਤਸ਼ਾਹੀ, ਪਹਿਲਾ ਦੂਜਾ ਤੀਜਾ ਪਾਤਸ਼ਾਹ ਨਹੀਂ ਆਉਂਦਾ। ਪਰਮਾਤਮਾ ਦੀ ਭਗਤੀ ਵਾਲੇ ਜਿਹੜੇ ਪੂੰਜੀਪਤ ਉਹ ਉੱਥੇ ਬਹੁਤ ਰਹਿੰਦੇ। ਸ਼ਹਿਰ 'ਚ ਜਿਵੇਂ ਕਿਸੇ ਨੂੰ ਭਾਵੇ, ਕੋਈ ਰੋਕ ਟੋਕ ਨਹੀਂ। ਪਰਮਾਤਮਾ ਦੀ ਭੇਤੀ ਉਹਨਾਂ ਵਾਸਤੇ ਖੋਲ੍ਹਿਆ
ਰਵਿਦਾਸ ਨੇ ਸਾਰਿਆਂ ਤੋਂ ਮੁਕਤੀ ਦਾ ਰਾਹ ਲੱਭਿਆ। ਸਭ ਨੂੰ ਕਿਹਾ ਸੀ ਮੇਰੇ ਭਰਾਵੋ ਨਾਮ ਜਪੋ। ਸੋ ਇਸ ਵਾਸਤੇ ਤੇ ਜਦੋਂ ਫਿਰ ਸ਼ਬਦ ਪੜ੍ਹਨਾ ਬੰਦ ਕੀਤਾ, ਅਰਦਾਸ ਕੀਤੀ, ਪਿੱਛੇ ਮੁੜ ਦੇਖਿਆ ਉਹਦਾ ਪਤੀ ਜਿਹੜਾ ਰਾਣਾ ਸੀ ਖਲੋਤਾ, ਚਰਨਾਂ ਨੂੰ ਹੱਥ ਲਾਇਆ ਤੇ ਫਿਰ ਤੇ ਬੇਨਤੀ ਕੀਤੀ ਤੇ ਉਹ ਵੀ ਫਿਰ ਭਗਤ ਜੀ ਦੇ ਪ੍ਰੇਮੀ ਹੋ ਗਏ। ਇਸ ਵਾਸਤੇ ਭਗਤ ਜੀ ਦੀ ਜਿਹੜੀ ਮਹਿਮਾ ਸੀ ਉਹ ਫਿਰ ਦਿਨੋਂ ਬਦਿਨ ਵੱਧਦੀ ਤੁਰੀ ਗਈ। ਇਸ ਤਰ੍ਹਾਂ ਫਿਰ ਚਿਤੌੜ ਦਾ ਰਾਣਾ ਜਿਹੜਾ ਤੇ ਹੋਰ ਤਾਰਦੇ ਹੋਏ ਕਾਸ਼ੀ ਨਗਰੀ ਆਏ। ਜਿਹੜਾ ਹਿੰਦੂ ਰਾਜਾ ਨਾਗਰਮਲ ਸੀ ਉਹ ਮੁਗਲ ਸਰਕਾਰ ਦੇ ਅੰਡਰ ਰਹਿੰਦਾ ਸੀ ਤੇ ਤੀਰਥ ਤੇ ਧਰਮਾਂ ਦੇ ਮੁਕੱਦਮੇ ਉਹ ਕੋਲ ਜਾਂਦੇ ਸੀ। ਰਵਿਦਾਸ ਕਾਸ਼ੀ ਆਏ, ਜਸਤੂਨਾ ਹੋਇਆ ਤੇ ਜੱਗ ਕੀਤਾ। ਭਗਤ ਰਘੁਰਾਮ ਸੱਦਿਆ। ਜਦੋਂ ਆਪ ਸੇਵਕ ਵੀ ਸੀ, ਜਗ ਛਾਣ ਬ੍ਰਾਹਮਣ ਰੌਲਾ ਪਾਇਆ, ਸ਼ੂਦਰਾਂ ਨੂੰ ਬਹਿਣ ਨਹੀਂ ਦੇਣਾ, ਅਪਮਾਨ ਹੁੰਦਾ, ਧਰਮ ਭ੍ਰਿਸ਼ਟ ਹੋਏਗਾ। ਉਹ ਸੋਚੀ ਪੈ ਗਿਆ। ਕਹਿੰਦੇ ਰਾਜਨ ਪੁਰਾਣੇ ਸ਼ਾਸਤਰ ਨੇ ਬ੍ਰਾਹਮਣ ਗ੍ਰੰਥਾਂ ਦਾ ਅਪਮਾਨ ਕੀਤਾ, ਸ਼ੂਦਰ ਕੰਮ ਕਲਯੁਗ ਆ ਗਿਆ। ਉਹ ਜਗ ਛੱਡ ਕੇ ਜਾਣ ਲੱਗੇ ਤੇ ਉਸੇ ਵੇਲੇ ਫਿਰ ਕਹਿੰਦੇ ਐਵੇਂ ਭਰਮਾਂ 'ਚ ਨਾ ਪਾਓ। ਤੇ ਜਦੋਂ ਫਿਰ ਦੇਖਦੇ ਆ ਹਰ ਪਾਸੇ ਰਵਿਦਾਸ ਹੀ ਰਵਿਦਾਸ ਨਜ਼ਰ ਆਉਣ ਲੱਗ ਪਿਆ ਤੇ ਪੂਜਾ ਕਰਦੇ ਆ। ਔਰ ਫਿਰ ਕਹਿੰਦੇ ਈਸ਼ਵਰ ਉਪਾਸਨਾ ਦੱਸਦੇ ਆ, ਦੇਵੀ ਦੇਵਤੇ ਠਾਕਰ ਜੰਝੂ ਝੂਠਾ ਕਹਿੰਦੇ ਮਰਜ਼ਾਦਾ ਕਰਦੇ ਆ, ਜੰਝੂ ਪਾਏ। ਤੇ ਜਿਸ ਵੇਲੇ ਗੱਲ ਦੱਸੀ ਹੱਸ ਪਏ ਤੇ ਉਸ ਵੇਲੇ ਫਿਰ ਉਹਨਾਂ ਨੇ ਸਾਰਾ ਕੁਛ ਕਰਕੇ ਦਿਖਾ ਲਿਆ। ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਓਂਕਾਰ ਸਤਿਗੁਰ ਪ੍ਰਸਾਦ। ਖੱਟ ਕਰਮ ਕੁਲ ਸੰਯੋਗਤ ਹੈ, ਹਰ ਭਗਤ ਹਿਰਦੈ ਨਾਹੇ। ਚਰਨਾਰ ਬਿੰਦਨਾ ਕਥਾ ਭਵ ਸੋਚ ਤੁਲ ਸਮਾਨ। ਰੇ ਚਿਤ ਚੇਤ ਚੇਤ ਅਚੇਤ ਕਾਹਿ ਨ ਬਾਲਮੀ ਕਹਿ ਦੇ। ਕਹਿ ਜਾਤੇ ਕਹੇ ਪਦ ਹੈ ਅੰਮ੍ਰਿਓ। ਰਾਮ ਪਦ ਵਸੇਖ ਰਹੋ। ਸਮਾਨ ਸਤਰ ਆਜ਼ਾਦ ਸਭ ਤੇ ਕਿਸਨ ਲਾਵੈ ਹਿਤ। ਲੋਕ ਬਪਰਾ ਕਿਆ ਸਰਾਹੇ। तीन लोग प्रवेश अजामल पिंगला लुप्त कुंचर गए हर के पास। ऐसे दोनों निस्तरे तू क्यों ना तेरे उदास। कहते राजा समझण वाली गल आ, परमात्मा भगती तो बिना, परमात्मा प्यार किए बिना हर दिलों परमात्मा नाल प्यार किए बिना हर मनुख बख्शिश नहीं लै सकता। 6 तरह के कर्म क्यों ना करता हो, पर मनुख नूं चाहिदा ईश्वर भगती करे। जन्म जात वाल ना जाओ। बाल्मीक जिहड़ा उच्ची खोल सो रामचंद्र रामायण वडियाई लिखी है, सिमरन करके उच्चा होया। एक बार कुत्ते नूं मारा करदा, कृष्ण चरना पौरा से सत्कारिया गया। पिंगला अजामल के सिमरन वाले तर गए। ईश्वर सब का उच्चा स्थान बनता है। राजा जदों ऐसे पुर तर गया तुसीं क्यों घबराउने। चंगा ईश्वर भगती करो, ब्राह्मण जात पात का ख्याल छड्डो। कबीर दे चेते करना कुछ कुल दे हुंदे जन्म बच्चियां वांग हुंदा शूदरां दे बच्चे। रागमन तसल्ली हो गई। ईरखाले ब्राह्मण बहस करी गए। जद जंजू ते बहस हुई, चारों जंजुआं में दस्या साधो जंजू सोने त्रेते दा चांदी दा और तांबे दा, जिन्हें वो द्वापर जो होया काले सिर सूतर दा। बाकी ठाकरे में मूर्ति पूजक नहीं, गंगा च मूर्तियां रोड़ती फिर रखियां। रविदास कहते फल करन फूल ही बन राए, फल लगा तो फूल बुलाए। ज्ञाने करन कर्म अभ्यास, ज्ञान पाया कर्म नाश। कृत करन दद मथे सयान, जीवन मुक्त सदा निर्वाण। कह रविदास परम बैराग हृदय राम की न जप सपान। कहते सियाने आ राजा बनस्पत देखो, पहला फुल लगते फुल पिछों फल की डोडी। फुल झड़ जाते उन्हें लोड़ नहीं होंगी, फल रह जाता। इस तरह भगती का ज्ञान प्राप्त पहला कर्म होंदा। भगवान ध्यान लाने लिए कोई ना कोई भगवान का चिन्ह रखा जाता। जदों मन टिक जाता मूर्ति पासे हो जाती है, कर्म नाश हो जाते हैं, ज्ञान प्राप्त होंदा है। जिवें पहला बच्चा खिडौने नाल प्रीत करदा खेडदा बड़ा हो जाता, ज्ञान हो जाता। खिडौणियां की जगह असली चीज़ां नाल खेडण लग पैंदा।
ਘਿਓ ਕੱਢਣ ਵਾਸਤੇ ਦੁੱਧ ਦਹੀਂ ਨੂੰ ਰਿੜਕਿਆ ਜਾਂਦਾ। ਸੋਚਣ ਵਾਲੀ ਗੱਲ ਹੈ, ਅਸੀਂ ਮੂਰਤੀ ਪੂਜਕ ਨਹੀਂ, ਇਹ ਪਰੰਪਰਾ ਚੱਲੀ ਆਉਂਦੀ ਹੈ। ਮਰਜ਼ਾਦਾ ਮੰਦਰ ਮੂਰਤੀ ਰੱਖਣਾ। ਕੱਲ੍ਹ ਤੋਂ ਸਭ ਗੰਗਾ ਪ੍ਰਵਾਹ ਦਿੱਤੀਆਂ ਜਾਣਗੀਆਂ। ਹੋਰ ਸ਼ੰਕਾ ਹੋਈ ਤਾਂ ਦੱਸੋ। ਈਸ਼ਵਰੀ ਕੀਰਤਨ, ਹਾਂਜੀ, ਹਰ ਗੱਲੇ ਭਗਤ ਨੇ ਬ੍ਰਾਹਮਣ ਨੂੰ ਝੂਠਾ ਆਖਦਾ, ਬੜੇ ਸ਼ਰਮਿੰਦੇ ਹੋਏ। ਅਤੇ ਫਿਰ ਜਦੋਂ ਮੰਦਰ 'ਚ ਆਏ, ਮੂਰਤੀਆਂ ਜਲ ਪ੍ਰਵਾਹ ਕੀਤੀਆਂ, ਕੀਰਤਨ ਸ਼ੁਰੂ ਹੋ ਗਿਆ, ਸਤਸੰਗ ਹੁੰਦਾ ਰਿਹਾ। ਅਤੇ ਭਗਤ ਦਰਸ਼ਨ ਕਰਕੇ ਸੰਗਤਾਂ ਕਲਿਆਣ ਪ੍ਰਾਪਤ ਕਰਦੀਆਂ। ਇਸ ਤਰ੍ਹਾਂ ਫਿਰ ਭਗਤ ਜੀ ਨੇ ਆਪਣੇ ਵੀਰਾਂ ਬਾਈ ਅਤੇ ਉਦੈਪੁਰ ਦਾ ਮਹਾਰਾਜਾ ਸਾਂਗਾ, ਉਹਦੀ ਨਾਮ ਮੀਰਾਂ ਬਾਈ। ਭਾਰਤ ਸਾਰੇ ਮੰਦਰਾਂ ਦਾ ਨਾਮ ਕ੍ਰਿਸ਼ਨ ਭਗਤ ਨੇ ਭਜਨ ਗਾਏ ਜਾਂਦੇ। ਅਤੇ ਜੌਨ ਬਾਅਦ ਵਿਧਵਾ ਹੋਈ, ਤੀਰਥ ਯਾਤਰਾ ਆਈ, ਕਾਸ਼ੀ ਪੁੱਜੀ, ਪੰਡਤਾਂ ਦੀ ਨਗਰੀ, ਬੇਅੰਤ ਯਾਤਰੂ ਆਉਂਦੇ। ਅਤੇ ਮੀਰਾਂ ਬਾਈ ਉਹਦੀ ਇੱਕ ਬਹਾਦਰ ਸੀ, ਨਾ ਕਰਮਾਂ ਬਾਈ ਸੀ ਭਾਵੇਂ। ਅਤੇ ਕ੍ਰਿਸ਼ਨ ਦੀ ਵਿਸ਼ਨ ਬਾਰੇ ਪੜ੍ਹਦੀ ਸੀ। ਅਤੇ ਇਸ ਤਰ੍ਹਾਂ ਪਰਮਾਤਮਾ ਦੀ ਜਾਰੀ ਸੀ, ਭਜਨ ਗਾਉਂਦੀ ਰਹੀ। ਕਿ ਉੱਥੇ ਫਿਰ ਔਰ ਇਸ ਤਰ੍ਹਾਂ ਫਿਰ ਸ਼ਬਦ ਪੜ੍ਹਿਆ। ਧਨਾਸੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਿਆਲ ਨੂੰ ਤੁਮ ਸਰਾ ਪਤਿਆਰ ਕਹਿ ਕੀਜੈ, ਬਚਨੀ ਤੋਰ मोर मन मन जन को पूरन दीजय। हम बल बल जाओ मैं या कारण को मना बोल रहा हूँ, बहुत जन बिछड़े थे माधव जन्म तुम्हारे लेखे। कह रविदास आस लग जीवों, फिर पाओ दर्शन देखे। चित सिमरन करो नैन विलोकनो, श्रवण वाणी से यस पूर राखो। मन सो मद कर करो, चरण हृदय तरो, रसन अमृत राम नाम पाखो। मेरी प्रिय गोविंद स्यों जिन घटै मैं, तो बोल महगी लई जी सटै। रव साध संगत बिना भाव नहीं उपजै, पाप बिन भगत नहीं होए तेरी। कह रविदास एक बेनती, हर सू पैज राखो, राजा राम मेरी। ਚਿੱਤ ਠੇਰ ਭਜਨ ਕਰਦੇ ਰਹੇ। ਅੱਖਾਂ ਪਰਮਾਤਮਾ ਦਾ ਚਿੱਤਰ ਹੋਵੇ, ਕੰਨ ਸੁਣਨ ਵਾਸਤੇ ਨਾਮ। ਇਹਨਾਂ ਵਿੱਚ ਆਪਦੇ ਜਸ ਬਿਨਾਂ ਹੋਰ ਕੋਈ ਸੁਣਾਈ ਨਾ ਦੇਵੇ। ਐਸਾ ਮਨ ਹੋਵੇ ਔਰ ਅੰਮ੍ਰਿਤ ਰੂਪੀ ਜਸ ਨੂੰ ਪ੍ਰਾਪਤ ਕਰੇ। ਭਗਵਾਨ ਦਾ ਨਾਮ ਉਚਾਰਿਆ ਜਾਂਦਾ ਰਹੇ, ਹੋਰ ਕਿਸੇ ਪਾਸੇ ਮਨ ਨਾ ਜਾਵੇ। ਮੇਰੀ ਬੇਨਤੀ ਹੈ, ਮੇਰੀ ਪ੍ਰੀਤੀ ਹੋਰ ਪਾਸੇ ਦੌਲਤ ਹਉਮੈ ਬਾਸ਼ਨ ਵੱਲ ਨਾ ਲੱਗੇ। ਵਾਹਿਗੁਰੂ ਜਸ ਕਰਦੀ ਰਹੇ। ਇਹ ਭਗਤੀ ਮਹਿੰਗੇ ਮੁੱਲ ਲਈ ਹੈ। ਰਵਿਦਾਸ ਨੇ ਇਹ ਸਾਰੀ ਸਾਖੀ ਜਿਹੜੀ ਦੱਸੀ ਹੈ, ਕਿਉਂਕਿ ਪ੍ਰੇਮ ਦਾ ਮੂਲ ਭਗਤੀ ਹੈ। ਬਸ ਇਹੀ ਬੇਨਤੀ ਹੈ ਕਿ ਰਾਜਿਆਂ ਦਾ ਰਾਜਾ ਜਿਹੜਾ ਪਰਮੇਸ਼ਰ ਆ, ਉਹ ਮੇਰੀ ਲਾਜ ਰੱਖੋ। ਜਦੋਂ ਇਹ ਸ਼ਬਦ ਸੁਣਿਆ, ਵੀਰਾਂ ਬਾਈ ਦੇ ਮਨ ਨੂੰ ਸ਼ਾਂਤੀ ਆ ਗਈ। ਕਰਮੋਂ ਬਾਈ ਅਤੇ ਉਹਨਾਂ ਨੇ ਕਾਸ਼ੀ ਮੰਦਰਾਂ ਦੇ ਟੱਲ ਖੜ੍ਹ ਗਏ। ਆਰਤੀ ਦਾ ਵੇਲਾ ਹੋ ਗਿਆ ਅਤੇ ਆਰਤੀ ਆਮ ਦੀਵੇ ਬਾਲ ਕੇ ਕਰਦੇ ਆ। ਉੱਥੇ ਫਿਰ ਰਵਿਦਾਸ ਨੇ ਸ਼ਬਦ ਪੜ੍ਹਿਆ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਰਹਾਵ ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਿਟਕਾਰੇ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝਾ ਕੁਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲੇ ਮਹ ਪਸਾਰੇ। ਨਾਮ ਤੇਰੇ ਕੀ ਜੋਤ ਲਗਾਏ ਪੈਉ ਜਿਆਰੋ ਪਵਨ ਸਗਲਾਰੇ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ ਪਾਰੋ ਅਠਾਰਾ ਸਗਲ ਜੂਠਾਰੇ। ਤੇਰੋ ਕੀਆ ਤੁਝੇ ਕਰ ਪਾਉ, ਨਾਮ ਤੇਰਾ ਤੁਹੀਂ ਚਬਰ ਢੋਲਾਰੇ। 10 8 8 ਸੱਠੇ ਚਾਰੇ ਖਣ, ਇਹ ਬਰਤਨ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ। ਆਰਤੀ ਅਸਲ ਵਿੱਚ ਤੁਹਾਡਾ ਨਾਮ ਹੈ। ਹੇਰ ਸੁਰਦਿਆਂ ਤੈਨੂੰ ਮਾਰਨ ਵਾਲੇ ਮੁਰਾਰੀ, ਇਸ਼ਨਾਨ ਵੀ ਤੁਹਾਡੇ ਨਾਮ ਜਾਂ ਸਤਸੰਗ ਸ਼ਰਧਾ ਰੂਪੀ ਤੂੜੀ। ਭਰੋਸਾ ਹੋ ਗਿਆ ਨਾਮ ਤੋਂ, ਜਿੰਨੇ ਸਾਰੇ ਝੂਠੇ ਸੱਚ ਕਿਤੇ ਨਹੀਂ। ਨਾਮ ਸਦਾ ਰਹਿਣ ਵਾਲਾ, ਹੋਰ ਜਿਹੜਾ ਦਿਸਦਾ ਨਾਸ ਹੋ ਜਾਣ ਵਾਲਾ। ਜੇ ਆਸਣ ਵਾਲੀ ਜੇ ਕੁਛਾ ਦਾ ਹੋਏ ਜਾਂ ਕਿਸੇ ਹੋਰ ਵਕਤ, ਉਹ ਵੀ ਟੁੱਟ ਕੇ ਖਤਮ ਹੋ ਜਾਣ ਵਾਲਾ। ਸੱਚਾ ਆਸਣ ਤੁਹਾਂ ਨਾਮ ਹੈ। ਚੰਦਨ ਰਗਣ ਵਾਲਾ ਪੱਥਰ ਉਰਸਾ ਵੀ ਆਪ ਦਾ ਨਾਮ ਹੈ। ਕੇਸਰ ਵੀ ਨਾਮ ਹੀ ਹੈ। ਨਾਮ ਹੀ ਚੰਗਾ ਪਵਿੱਤਰ ਜਲ ਹੈ, ਚੰਦਨ ਉਹਨੂੰ ਚੜਾਉਣਾ। ਇਹਨਾਂ ਸਾਰੀਆਂ ਪੰਕਤੀਆਂ ਦੇ ਭਾਵ, ਇਹ ਪ੍ਰਭੂ ਆਰਤੀ ਕਰਨ ਦਾ ਜਿੰਨਾ ਸਮਾਨ ਆਸਣ, ਪੱਥਰ, ਚੰਦਨ, ਕੇਸਰ ਜਿਹੜਾ ਠਾਕਰਾਂ ਨੂੰ ਲਾਇਆ ਜਾਂਦਾ, ਸਭ ਆਪ ਦੀਆਂ ਪੈਦਾ ਕੀਤੀਆਂ। ਜਦੋਂ ਆਪ ਨੂੰ ਚੜਾਉਂਦੇ ਹਾਂ ਤਾਂ ਫਿਰ ਕੀ ਵਡਿਆਈ ਕਰਦੇ ਹਾਂ, ਤਾਂ ਸਭ ਚੀਜ਼ਾਂ ਆਪ ਦੀਆਂ। ਇਸ ਕਰਕੇ ਆਪ ਵਾਸਤੇ ਆਪ ਦਾ ਨਾਮ ਹੈ ਉੱਤਮ ਆ। ਹੋਰ ਚੀਜ਼ਾਂ ਦੀਵਾ, ਬੱਤੀ, ਤੇਲ, ਉਹ ਵੀ ਆਪ ਦਾ ਨਾਮ ਉੱਤਮ ਸਮਝਦਾ।
ਨਾਮ ਦਾ ਹੀ ਜਸ ਕਰ ਲੈਣਾ ਠੀਕ ਹੈ। ਬਾਕੀ ਝੂਠਾ ਬਸਾਰਾ ਅਸਲ ਸ਼ਕਤੀ ਸੂਰਜ ਰੂਪ, ਚੰਦ ਰੂਪ, ਅਗਨੀ, ਤੇਲ ਰੂਪ, ਇਹ ਆਪ ਦੀ ਕਿਰਤ ਜਾਂ ਸ਼ਕਤੀ ਹੈ। ਉਹ ਇਹਨਾਂ ਸਾਰੇ ਰੋਸ਼ਨੀ ਹੁੰਦੀ ਹੈ। ਦੀਵਾ ਮਨੁੱਖ ਹੰਕਾਰ ਕਰ ਮੈਂ ਆਪ ਨੂੰ ਚਾਨਣ ਦਿੰਦਾ, ਇਹ ਝੂਠਾ ਹੋਵੇਂ। ਇਸ ਵਾਸਤੇ ਮੈਂ ਕੋਈ ਦੀਵਾ ਨਹੀਂ ਜਗਾਉਂਦਾ। ਅਸਲ ਭਗਤਾਂ ਕਰ ਤੁਸੀਂ ਨਾਮ ਦੀ ਰੋਸ਼ਨੀ ਹੈ, ਸਾਰੇ ਜਗ ਦੀ ਰੋਸ਼ਨੀ ਹੈ। ਇਹ ਗੱਲ ਸਾਰੀ ਕਹੀ। ਪੰਡਤ ਕਹਿੰਦਾ ਫੁੱਲਾਂ ਦੀ ਮਾਲਾ ਚੜ੍ਹਾਈ ਜਾਏ। ਫੁੱਲਾਂ ਦੀ ਮਾਲਾ ਤੁਸੀਂ ਨਾਮ ਦੀ ਸ਼ਕਤੀ ਨਾਲ 18 ਬਨਸਪਤੀ ਜਿਹੜੀ ਧਰਤੀ ਪੈਦਾ ਕੀਤੀ ਅੱਗੇ ਚੜ੍ਹੀ ਹੋਈ, ਸਾਰੇ ਫੁੱਲ ਭੌਰਿਆਂ ਨੇ ਝੂਠੇ ਕੀਤੇ, ਤੁਹਾਡੀਆਂ ਬਖਸ਼ਣ ਤੁਹਾਨੂੰ ਕਿਵੇਂ ਚੜ੍ਹਾਵਾਂ। ਫੁੱਲਾਂ ਦਾ ਕੀ ਲਾਭ? ਇਹ ਪਖੰਡ ਹੈ। ਅਸਲ ਵਿੱਚ ਸਭ ਕੁਝ ਤੇਰਾ ਆਪਣਾ ਹੀ ਪਖੰਡ ਨੂੰ ਨਾਮ ਜਪਣਾ ਠੀਕ ਹੈ। ਨਾਮ ਜਪਦੇ ਰਹਿਣਾ ਚਾਹੀਦਾ। 18 ਪੁਰਾਣ 68 ਦੀ ਸਭ ਵਰਤ ਰਹੇ, ਬਸ ਆਪਣਾ ਨਾਮ ਸਤਿਨਾਮ ਦਾ ਭੋਗ ਲਓ, ਇਸ ਤੋਂ ਬਾਅਦ ਕੁਝ ਨਹੀਂ। ਇਸ ਵਾਸਤੇ ਫਿਰ ਭਗਤ ਜੀ ਨੇ ਕੀਤਾ ਅਤੇ ਭਗਤ ਜੀ ਦੀ ਧੰਨ ਧੰਨ ਹੋ ਗਈ। ਮਵਾੜ ਗਿਆ ਕਹਾਂ ਪੈਓ ਜੋ ਤਨ ਪੈਓ ਛਿਨ ਛਿਨ ਪ੍ਰੇਮ ਜੈ ਤੋਂ ਡਰ ਪੈ ਤੇਰੋ ਜਨ ਤੁਝੇ ਚਰਨ ਅਰਵਿੰਦ ਪਵਨ ਮਨ ਪਾਨ ਕਰਤ ਪਾਇਓ ਪਾਇਓ ਰਮਈਆ ਤਨ ਰਹੋ ਸੰਪਦ ਵਿਉਤ ਪਟਲ ਮਾਇਆ ਤਨ ਤਾਂ ਮੈਂ ਮਗਨ ਹੋਤ ਨਾ ਤੇਰੋ ਜਨ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਦਾ ਛੂਟ ਉਹ ਕਵਨ ਗੁਣ। ਅਤੇ ਇਹ ਸ਼ਬਦ ਜਿਹੜਾ ਸੀ ਪੜ੍ਹਿਆ, ਕਹਿੰਦੇ ਕੀ ਹੋ ਜਾਏ ਤਨ ਦੇ ਟੁਕੜੇ ਹੋ ਜਾਣਗੇ, ਤੇਰਾ ਪਿਆਰ ਨਹੀਂ ਜਾਣਾ ਚਾਹੀਦਾ। ਜਾਣ ਦਾ ਡਰ ਨਹੀਂ, ਡਰ ਤਾਂ ਤੁਸਾਂ ਦਾ ਪਿਆਰ ਨਾ ਜਾਏ। ਇਹੋ ਤੁਸੀਂ ਭਗਤ ਨੂੰ ਡਰ ਰਹਿੰਦਾ। ਤੁਹਾਡੇ ਚਰਨ ਕਮਲੇ ਮਨ ਅੜ ਗਿਆ, ਭੋਰਾ ਬਣ ਕੇ ਭਗਤੀ ਦਾ ਰਸ ਲੈ ਰਿਹਾ। ਜਦ ਤਾਂ ਮਾਇਆ ਦੇ ਝੜਿਆਂ ਤੇਰਾ ਭਗਤ ਨਹੀਂ ਉਲਝਦਾ। ਤੇਰਾ ਭਗਤ ਤੇਰੇ ਪਿਆਰੇ ਦੀ ਜੰਜੀਰ ਨਾਲ ਬੱਝਾ ਹੋਇਆ। ਕਿਸੇ ਤਰ੍ਹਾਂ ਤੇਰਾ ਸੇਵਕ ਪਿਆਰ ਬੰਧਨਾਂ 'ਚੋਂ ਆਜ਼ਾਦ ਨਹੀਂ ਹੋ ਸਕਦਾ। ਗੱਲ ਕੀ? ਭਗਤ ਜਨ ਭਗਤੀ ਨਹੀਂ ਛੱਡਦੇ। ਕਿੰਨੇ ਕਸ਼ਟ ਮਿਲਣ। ਪ੍ਰਹਲਾਦ ਨੂੰ ਕਿੰਨੇ ਕਸ਼ਟ ਦਿੱਤੇ, ਪਰ ਰਾਮ ਦਾ ਨਾਮ ਨਹੀਂ ਤਿਆਗਿਆ। ਰਾਮ ਨੂੰ ਦੀ ਸਹਾਇਤਾ ਕੀਤੀ, ਤੱਤੇ ਥੰਮ 'ਚੋਂ ਵੀ ਰੱਖ ਲਿਆ। ਵੀਰਾਂ ਬਾਈ, ਕਰਮਾਂ ਬਾਈ, ਇਹ ਜਿੰਨੇ ਵੀ ਹੋਏ ਇਹ ਸਾਰੇ ਜਾ ਕੇ ਮਵਾੜ ਪਹੁੰਚੇ, ਜੈ ਜੈਕਾਰ ਹੋਈ। ਇਸ ਕਰਕੇ ਫਿਰ ਹਾਂਜੀ ਜੈ ਸ੍ਰੀ ਬਾਣੀ ਭਗਤਾਂ ਕੀ ਕੁੰਗਾਰ ਸੰਗਰ ਪ੍ਰਧਾਨ ਨਾਥ ਕਛੂ ਨ ਜਾਨੋ ਮਨ ਮਾਇਆ ਕੇ ਹਾਥ ਬੁਖਾਨੋ ਰਾਹ ਤੁਮ ਕਹੀਏ ਤੂੰ ਜਗਦੂਰ स्वामी ਹਮ ਕਹੀਏ ਕਲ ਜੋ ਕਾਮੀ ਪੰਚਨ ਮੇਰੋ ਮਨ ਜੋ ਬਵਾਰਿਓ ਪਲ ਪਲ ਤੇ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਾਂ ਦੁਖ ਕੀ ਰਾਸੀ ਭਜਨੋਂ ਪਤਿਆ ਨਿਗਮ ਪੈਸਾ ਕੀ ਗੌਤਮ ਨਾਰੋ ਮਨ ਪਤ स्वामी ਸੀਸ ਤਨ ਸਹਿਸ ਭਾਗਾਮੀ ਇੰਦੂ ਤਨ ਖਲਵਤ ਕਰ ਮਾਰਿਓ ਵੱਡੋ ਨਲਾਜ ਅਜੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘਨਾਥ ਸ਼ਰਨ ਖਾ ਕੀ ਲੀਜੈ। ਇਹ 'ਚ ਭਾਵੇਂ ਦੱਸਿਆ ਇਹ ਕਰਤਾਰ ਮੈਂ ਕੁਝ ਨਹੀਂ ਜਾਣਦਾ, ਨਾ ਜਪ ਤਪ ਦਾ ਗਿਆਨ। ਤੁਸੀਂ ਜਗ ਦੇ ਮਾਲਕ ਹੈ, ਅਸੀਂ ਕਲਯੁਗ ਦੇ ਬਾਸ਼ਨਾਂ 'ਚ ਫਸਿਓ ਬੰਦੇ ਹਾਂ। ਪੰਜਾਂ ਕਾਮ ਕਰ ਮੇਰੇ ਮਨ ਨੂੰ ਵਿਗਾੜਿਆ, ਘੜੀ ਘੜੀ ਪਰਮਾਤਮਾ ਤੋਂ ਦੂਰ ਕੀਤਾ, ਗਿਆਨ ਦੇ ਨੇੜੇ ਨਹੀਂ ਆਉਣ ਦਿੱਤਾ। ਜਿੱਧਰ ਦੇਖਦੇ ਦੁੱਖਾਂ ਦਾ ਰਾਜ ਆ, ਅਜੇ ਵੀ ਗਿਆਨ ਨਹੀਂ ਹੋਇਆ। ਅੱਗੇ ਮਿਸਾਲ ਦੇ ਔਰ ਕਹਿੰਦੇ ਦੁਨੀਆ ਲੋਕੋ ਦੇਖੋ ਪਾਪ ਕਰਨ ਵਾਲੇ ਵੱਡੇ ਵੱਡੇ ਪੁਰਸ਼ ਵੀ ਸਜ਼ਾ ਤੋਂ ਨਹੀਂ ਬਚੇ। ਗੌਤਮ ਨੇ ਲਿਆ ਤੇ ਇੰਦਰ ਦੀ ਕਥਾ, ਇੰਦਰ ਬੇਈਮਾਨ ਹੋਇਆ, ਗੌਤਮ ਹਜ਼ਾਰਾਂ ਦੁੱਖ ਉਠਾਏ, ਸਤੀ 'ਤੇ ਹਜ਼ਾਰਾਂ ਨਿਸ਼ਾਨ ਪੈਦਾ ਹੋਏ। ਪੰਜਾਂ ਨੇ ਐਸਾ ਦੁਖੀ ਕੀਤਾ, ਨਿਰਲੱਜ ਅਜੇ ਵੀ ਬਕਾਰ ਨਹੀਂ ਛੱਡਦਾ। ਭਗਤ ਜੀ ਕਹਿੰਦੇ ਆ ਪਰਮਾਤਮਾ ਦੇ ਭਜਨ ਬਿਨਾਂ ਪਰਮਾਤਮਾ ਦੀ ਸ਼ਰਨ ਦੇ ਕੋਈ ਲਾਭ ਨਹੀਂ ਹੁੰਦਾ। ਸ਼ਰਨ 'ਚ ਹੀ ਲਾਭ ਹੈ, ਈਸ਼ਵਰ ਦੀ ਸ਼ਰਨ ਲੈਣੀ ਠੀਕ ਆ। ਇਸ ਤਰ੍ਹਾਂ ਫਿਰ ਉੱਥੇ ਵੀ ਬੜਾ ਉਹਨਾਂ ਨੇ ਸਤਸੰਗ ਕਰਕੇ ਸੰਗਤਾਂ ਦਾ ਕਲਿਆਣ ਕੀਤਾ। ਜਮ ਜਾਓ ਜੋ ਹਮ ਬੰਦੇ ਮੋਹ ਪਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੂਟੋਂ ਯਤਨ ਕਰੋ ਹਮ ਛੂਟੇ ਤੁਮ ਰਾਧੇ ਮਾਧਵੇ ਜਾਨਤ ਹੋ ਜੈਸੀ ਤੈਸੀ ਅਬ ਕਹਾਂ करे हो ऐसी रहो मीन पगर फांक्यो और काट्यो रांध कियो बहु बाने खंड खंड कर भोजन कीनू तो न विसरो पाने अपन बापै नहीं किसी को पावन को हर राजा मोह पटल सब जगत व्याप्यो भगत नहीं संतापा कह रविदास भगत एक बढ़ ही अब एक आस्यो कही है जा कारण हम तुम्हारा दे सो दुख असू सही है। ਭਗਤ ਜੀ ਕਹਿੰਦੇ ਹੈ ਈਸ਼ਵਰ ਜੀਵ ਅਸੀਂ ਜਗਤ 'ਚ ਆਏ, ਤੁਸੀਂ ਮੋਹ ਦੀਆਂ ਪਾਈਆਂ ਨਾਲ ਕੱਸ ਕੇ ਸਾਨੂੰ ਬੰਨਿਆ ਹੈ, ਪਰ ਅਸੀਂ ਤੈਨੂੰ ਪ੍ਰੇਮ ਨੂੰ ਬੰਧਨਾਂ ਨਾਲ ਬੰਨਿਆ। ਅਸੀਂ ਤੁਹਾਨੂੰ ਯਾਦ ਕਰ ਬੰਨ੍ਹਣਾ ਛੁੱਟ ਗਿਆ, ਤੁਸੀਂ ਆਪਣੇ ਛੋਟਾ ਪ੍ਰਬੰਧ ਕਰੋ। ਕਹਿੰਦੇ ਹੈ ਪਰਮੇਸ਼ਰ ਜਿਵੇਂ ਅਸੀਂ ਪਿਆਰ ਨਾਲ ਤੁਹਾਡੇ ਨਾਲ ਪਿਆਰ ਆ ਤੁਸੀਂ ਜਾਣਦੇ ਹੋ, ਹੁਣ ਕੀ ਕਰੋਗੇ? ਪਿਆਰ ਟੁੱਟਣ ਵਾਲਾ ਨਹੀਂ। ਇਹ ਪਿਆਰ ਐਸਾ ਜਿਵੇਂ ਜਲ 'ਤੇ ਮੱਛਲੀ ਦਾ ਹੁੰਦਾ। ਸ਼ਿਕਾਰੀ ਮੱਛੀ ਨੂੰ ਖਾਣ ਵਾਲਾ ਜਲ 'ਚੋਂ ਫੜ ਕੇ ਚੀਰਦਾ, ਟੁਕੜੇ ਟੁਕੜੇ ਖਾਵੇ ਇਹਨਾਂ ਦਾ ਖਾਂਦਾ। ਮੱਛੀ ਪਾਣੀ ਨੂੰ ਨਹੀਂ ਭੁੱਲਦੀ, ਖਾਣ ਵਾਲਾ ਪਾਣੀ ਪੀ ਜਾਂਦਾ ਜੋ। ਅਸੀਂ ਪਿਆਰ ਤੁਹਾਡੇ ਨਾਲ ਪਾਇਆ ਹੈ,
ਇਹ ਵਾਹਿਗੁਰੂ ਖਾਸ ਕਰ ਤੁਸੀਂ ਕਿਸੇ ਦੇ ਨਹੀਂ, ਜਿਵੇਂ ਹਿੰਦੂ ਬ੍ਰਾਹਮਣ ਆਖਦਾ ਭਗਤੀ ਦਾ ਹੱਕ ਸਿਰ ਬ੍ਰਾਹਮਣ ਹੁੰਦਾ, ਉੱਚੀ ਜਾਤੀ ਨੀਵੀਂ ਜਾਤੀ ਦਾ ਭਗਤ ਨਹੀਂ ਹੁੰਦਾ। ਭਗਤ ਜੀ ਕਹਿੰਦੇ ਆਪ ਕਿਸੇ ਦੇ ਖਾਸ ਨਹੀਂ, ਸਗੋਂ ਹਰ ਇੱਕ ਨੂੰ ਭਗਤੀ ਕਰਨ ਦਾ ਹੱਕ ਆ। ਇਹ ਸਾਰਾ ਸੰਸਾਰ ਮੋਹ ਰੂਪੀ ਪੜ ਦੇ ਨਾਲ ਢੱਕਿਆ ਆ, ਉਹਨੂੰ ਗਿਆਨ ਨਹੀਂ ਹੁੰਦਾ, ਪਰ ਭਗਤਾਂ ਨੂੰ ਦੁੱਖ ਨਹੀਂ ਵਿਆਪਦਾ। ਇਹ ਪਰਮੇਸ਼ਰ ਤੁਹਾਡੀ ਭਗਤੀ ਸਾਨੂੰ ਵੱਧਦੀ ਵੱਧਦੀ ਦਿਸਦੀ ਹੈ। ਅਸੀਂ ਤੁਹਾਨੂੰ ਚੇਤੇ ਅਨੇਕਾਂ ਕਸ਼ਟ ਸਹਾਰੇ ਆ, ਜੇ ਸਹਾਰ ਰਹੇ ਹਾਂ। ਐਸਾ ਤੁਹਾਡਾ ਪਿਆਰ ਹੈ। ਦਾਤੇ ਮਿਹਰ ਕਰੋ, ਜੀਵਾਂ ਦੀ ਕਲਿਆਣ ਹੋਵੇ, ਮੋਹ ਦਾ ਪੜਦਾ ਦੂਰ ਹੋਵੇ। ਇਹ ਮੋਹ ਰੂਪੀ ਬੰਧਨ ਦਾ ਪੜਦਾ ਦੁੱਖਾਂ ਦਾ ਕਾਰਨ। ਇਸ ਵਾਸਤੇ ਜਿਵੇਂ ਕੋਈ ਇੱਕ ਧਨਾੜ ਪੁਰਸ਼ ਆ, ਕਿਸੇ ਕਾਰਨ ਡਰਨ ਲੱਗ ਪਿਆ, ਕਈ ਤਰ੍ਹਾਂ ਸਾਧਨ ਕੀਤੇ, ਡਰ ਦੂਰ ਨਹੀਂ ਹੋਇਆ। ਮਹਾਂਪੁਰਸ਼ਾਂ ਮੇਲ ਕਰਕੇ ਗਿਆਨ ਹੋਇਆ। ਜਨਮ ਮਰਨ ਜੀਵ ਘੱਟ ਸਾਰਦਾ, ਭਗਤ ਦਾ ਡੇਰਾ ਰਾਜ ਸੀ। ਅੱਗੇ ਬੇਨਤੀ ਕੀਤੀ, ਮਹਾਰਾਜ ਜੰਮਣ ਮਰਨ ਦਾ ਦੁੱਖ ਕਿਵੇਂ ਦੂਰ ਹੋਵੇ। ਭਗਤ ਜੀ ਨੇ ਫਿਰ ਕਿਹਾ, ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਅਬ ਵੇਖੈ। ਰਾਜੇਂਦਰ ਸੰਸਰ ਗਿਰਿ ਆਸਨ, ਬਿਨ ਹਰ ਭਗਤ ਕਹੋ ਹੋ ਕੇ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਬੀਸਰ ਜਾਹੀ ਰਹੋ। ਜਨ ਜਨ ਪੈ ਹਮ ਬਾਵਰ, ਸੋਚੋ ਸੋ ਦੇਖ ਜਾਹੀ। ਇੰਦਰੀ ਸਬਲ ਨਿਵਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਕਹੀਅਤ ਆਨ ਅਚਰੀਅਤ ਅਨ ਕਛ, ਸਮਝਨ ਪਰਾਇਆ ਪਰਮਾਇਆ। ਕਹਿ ਰਵਿਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ। ਇਸ ਤਰ੍ਹਾਂ ਭਗਤ ਜੀ ਨੇ ਉਪਦੇਸ਼ ਦੇ ਕੇ ਬੇਅੰਤ ਸੰਗਤਾਂ ਦੀ ਕਲਿਆਣ ਕੀਤੀ ਹੈ। ਅਤੇ ਇਸ ਤਰ੍ਹਾਂ ਭਾਵੇਂ ਬ੍ਰਾਹਮਣ ਆਇਆ, ਜੋਤੀ ਨੂੰ ਤੋਪਾ ਨੂੰ ਭਾਵੇਂ ਦੇਖਿਆ ਉੱਚੀ ਕੁੱਲ ਸੁੰਦਰ ਸਰੀਰ ਹੈ, ਨਵੇਂ ਜਿਹੜੇ ਹੰਕਾਰ ਕਰਦਾ, ਅਤੇ ਫਿਰ ਕਿਤੇ ਨੇੜੇ ਨਾ ਹੋ ਜਾਏ। ਅਤੇ ਜਦੋਂ ਬੜੇ ਰੋਗ ਨੂੰ ਅਤੇ ਰਵਿਦਾਸ ਜੀ ਦੇ ਸ਼ਰਧਾਲੂ ਆ ਗਏ, ਨਮਸਕਾਰ ਆਖਿਆ, ਭਗਤ ਜੀ ਬੜੀ ਕਿਰਪਾ, ਦੁੱਖ ਦੂਰ ਹੋਏ, ਮਨ ਸ਼ਾਂਤ ਹੋ ਗਿਆ, ਜਲਨ ਮਿਟ ਗਈ, ਤੂੰ ਇੱਕ ਪ੍ਰਤਾਖ ਰਾਮ ਦਾ ਰੂਪ ਹੈ। ਇਹ ਗੱਲ ਸੁਣ ਕੇ ਬ੍ਰਾਹਮਣ ਨੂੰ ਗੁੱਸਾ ਨਾਲ ਬੋਲਿਆ, ਕੈਸੇ ਨੀਚ ਪੁਰਸ਼ ਹੋ ਤੁਸੀਂ, ਇੱਕ ਜੁੱਤੀਆਂ ਗੰਢਣ ਨਾਲ ਰਾਮਚੰਦਰ ਨਾਲ ਮੁਕਾਬਲਾ ਕਰਦੇ, ਐਸਾ ਕਿਵੇਂ ਹੋ ਸਕਦਾ। ਨੀਚ ਪੁਰਸ਼ ਛੋਟੇ ਬੜੇ ਖਿਆਲ ਨਹੀਂ ਕਰਦੇ। ਇਹ ਹੰਕਾਰ ਭਰੀ ਗੱਲ ਉਹਦੀ ਸੁਣ ਕੇ ਗੱਲ ਨੂੰ ਗੁੱਸਾ ਲੱਗਾ, ਉਹਨਾਂ ਕਰੜਾ ਉੱਤਰ ਉੱਤਾ। ਭਗਤ ਜੀ ਨੇ ਫਿਰ ਹਾਂਜੀ ਉਹਨਾਂ ਨੂੰ ਬੋਲਣ ਰੋਕਿਆ, ਕਹਿੰਦੇ ਪਾਂਡੇ ਜੀ ਠੀਕ ਤਾਂ ਕਹਿੰਦੇ, ਮੈਂ ਗਰੀਬ 'ਚ ਮਾਰਿਆ, ਰਾਮ ਦੇ ਮੁਕਾਬਲੇ ਕਿਵੇਂ ਹੋ ਸਕਦਾ। ਰਾਮ ਮੇਰਾ ਮਾਲਕ ਹੈ, ਜਗਤ ਦਾ ਕਰਤਾ ਧਰਤਾ, ਹਰੇ ਰਾਮ ਰਾਮ ਰਾਮ। ਭਗਤ ਜੀ ਨੇ ਇੱਕ ਮਿਕ ਹੋ ਗਿਆ, ਜੋੜਾ ਵੀ ਠੀਕ ਕਰੀ ਜਾਣ, ਹੱਥ ਜਿਹੜਾ ਸੀ ਕਾਰ ਵਾਲਾ, ਚਿੱਤ ਪਰਮਾਤਮਾ ਵਾਲਾ। ਅਤੇ ਐਸਾ ਜੀਵਨ ਸੀ। ਜਿਹੜੇ ਬ੍ਰਾਹਮਣ ਦਾ ਉਧਰ ਗਿਆ, ਕੀ ਤੱਕਿਆ, ਹੈਰਾਨ ਹੋਇਆ, ਜਿਵੇਂ ਸੱਚੇ ਧੰਨ ਧਾਰ ਕੇ ਰਾਮਚੰਦਰ ਬੈਠੇ ਆ, ਪੀਲਣੀ ਦੇ ਬੇਰ ਖਾ ਰਹੇ। ਅਸਚਰਜਤਾ ਨਾ ਰਾਮ ਬ੍ਰਹਮ ਨਿਕਲਿਆ। ਭਾਗ ਜੋੜਾ ਤਿਆਰ ਕਰ, ਲਓ ਪੰਡਿਤ ਜੀ ਜੋੜਾ ਪਾ ਕੇ ਦੇਖੋ, ਹੋਰ ਤਾਂ ਨਹੀਂ ਠੀਕ ਕਰਨਾ। ਬ੍ਰਹਮ ਦੀ ਸੁਰਤ ਠੀਕ ਹੋਈ, ਜੋੜਾ ਪਾਇਆ, 2 ਪੈਸੇ ਸੁੱਟ ਕੇ ਨੱਠ ਗਿਆ। ਉਹ ਬ੍ਰਹਮ ਸੀ ਅਤੇ ਉਹਨੂੰ ਹੰਕਾਰ ਸੀ। ਅਤੇ ਉਸ ਵੇਲੇ ਭਗਤ ਜੀ ਨੇ ਕਿਹਾ, ਬਸੰਤ ਬਾਣੀ ਰਵਿਦਾਸ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ, ਤੁਝੇ ਸਜੰਤਾ ਕਛੂ ਨਾਹੀਂ, ਪਹਿਰਾਵਾ ਦੇਖੇ ਉਪਜਾਹੇ। गर्भवती का ना ही ठाओ, तेरी गर्दन ऊपर लबे काओ। तू काएँ गर्भे बावली, जैसे पादो खूं बराज, तू तिस्ते खरी उतावली। राव जैसे करंक नहीं पायो भेद, तन सुगंध टूडै परदेश। अब तन का जो करे विचार, तिस नहीं जम कंकर करे खुआर। पुत्र कुलत्र का करे अहंकार, ठाकर लेखा मंगनहार। फेड़े का दुख सह जियो, पाछे किसे पुकार है पियो पियो। साधु की जो लेहे ओट, तेरे मिटे पाप सब कोट कोट। ਕਹਿ ਰਵਿਦਾਸ ਜੋ ਜਪੈ ਨਾਮ, ਤੇ ਜਾਤ ਨਾ ਜਨਮ ਨਾ ਜੋਨ ਖਾਮ। ਭਗਤ ਦੇ ਬਚਨ ਨੇ ਕਿਹਾ, ਮੇਰੀ ਦੇਹ ਤੈਨੂੰ ਕੁਝ ਪਤਾ ਨਹੀਂ ਲੱਗਦਾ, ਆਪਣਾ ਭਰਾਵਾ ਆਪਣੇ ਨੂੰ ਸੁੰਦਰ ਦੇ ਹੰਕਾਰ ਕਰੀ ਜਾ ਰਹੇ। ਹੰਕਾਰ ਠੀਕ ਨਹੀਂ, ਹੰਕਾਰੀ ਆਤਮਾ ਨੂੰ ਕਿਤੇ ਕੋਈ ਥਾਂ ਨਹੀਂ ਦਿੰਦਾ। ਤੇਰੀ ਧੌਣ 'ਤੇ ਕਾਂ ਲਾਉਂਦਾ, ਭਾਵ ਜੰਮ ਸਿਰ 'ਤੇ ਖਲੋਤਾ। ਅਕਾਲ ਦਾ ਹੁਕਮ ਸੁਣਨ ਨੂੰ ਤਿਆਰ ਆ, ਬਾਵੇ ਪਾਗਲਾ, ਦੇਹ ਤੇ ਆਤਮਾ ਦਾ ਹੰਕਾਰ ਕਰ ਰਿਹਾ। ਕਦੀ ਨਹੀਂ ਦੇਖਿਆ ਭਾਦੋਂ ਦੇ ਮਹੀਨੇ ਖੁੰਬਾਂ ਉੱਗਦੀਆਂ, ਉੱਗਣ ਕਾਰਨ ਉੱਗਣ ਦੀ ਕਾਲ ਨੂੰ ਨਾਸ ਹੋਣ ਦੀ ਕਾਹਲ ਹੁੰਦੀ। ਇਹ ਜੀਵ ਖੁੰਬ ਵਾਂਗ ਪਤਾ ਨਹੀਂ ਕਦੋਂ ਨਾਸ ਹੋ ਜਾਣਾ। ਹੰਕਾਰ ਕਰਨ ਵਾਲਾ ਜੀਵ ਉਹ ਜੰਗਲ ਦੇ ਹਰਨ ਵਰਗਾ, ਜਿਹਨੇ ਭੇਦ ਨਹੀਂ ਪਾਇਆ ਕਿ ਕਸਤੂਰੀ ਤੋਂ ਉਹਦੇ ਕੋਲ ਆ, ਲੱਭਦਾ ਬਾਹਰ ਫਿਰਦਾ। ਸੁਗੰਧੀ ਬਾਹਰੋਂ ਆਉਂਦੀ ਪ੍ਰਤੀਤ ਹੁੰਦੀ। ਇਸ ਤਰ੍ਹਾਂ ਜਿਹੜਾ ਆਪਣੇ ਤਨ ਦਾ ਵਿਚਾਰ ਕਰੇ ਕੀ ਹੈ, ਕੈਸੇ ਆ, ਕੈਸੇ ਕਰੇਗਾ, ਉਹ ਪੁਰਸ਼ ਨੂੰ ਕਦੀ ਜੰਮ ਖੁਆਰ ਨਹੀਂ ਕਰਦਾ, ਉਹ ਨਰਕਾਂ ਦਾ ਭਾਗੀ ਨਹੀਂ ਬਣਦਾ, ਆਪ ਸੁਧਰ ਜਾਂਦਾ। ਅਤੇ ਜਿੰਨੇ ਜੀਵ ਤਨ ਦਾ ਹੰਕਾਰ ਕਰਦਾ, ਆਪਣੀ ਸੁੰਦਰ ਇਸਤਰੀ ਕਮਾਊ ਪੁੱਤਰ ਇਸ 'ਤੇ ਹੰਕਾਰ ਕਰ ਲੈਂਦਾ।
ਇਹ ਨਹੀਂ ਜਾਣਦਾ ਸਾਰੇ ਦੇ ਸਾਰੇ ਸਾਥ ਚੱਲਣ ਵਾਲੇ ਨਹੀਂ, ਸਭ ਆਪੋ ਆਪਣੇ ਕਰਮ ਦੇ ਮਾਲਕ ਆ। ਪਰਮਾਤਮਾ ਨੇ ਲੇਖਾ ਕੱਲੇ ਕੱਲੇ ਕੋਲ ਮੰਗਣਾ, ਉਹ ਮੰਗਣ ਹਾਰ। ਜੋ ਕਰਮ ਕੀਤੇ ਆ ਉਹਦਾ ਫਲ ਦੇਖਣਾ। ਮੁੜ ਕੇ ਦੱਸੋ ਕਿਹਨੂੰ ਆਵਾਜ਼ਾਂ ਦੇਵੋਗੇ? ਪਤੀ ਜੀ ਆਖਿਆ ਕਿਸੇ ਨੇ ਨਹੀਂ ਆਉਣਾ। ਇਹ ਜੀਵ ਸਭ ਤੋਂ ਚੰਗੀ ਗੱਲ ਹੰਕਾਰ ਦਾ ਤਿਆਗ ਕਰਕੇ ਚੰਗੇ ਸਾਧੂ ਸੰਤਾਂ ਦਾ ਆਸਰਾ ਲਓ। ਸਾਧੂ ਸੰਗ ਨਾਲ ਤੇਰਾ ਹੰਕਾਰ ਮਿਟ ਜਾਏਗਾ। ਨਾਮ ਸਿਮਰਨ ਕਰਨ ਪਾਪ ਵੰਡੇ ਜਾਣਗੇ। ਪਾਪ ਵੀ ਕਰੋੜਾਂ ਜਿਹੜਾ ਨਾਮ ਜਪਦਾ ਉਤਰਦਾ। ਨਾਮ ਜਪਣ ਵਾਲੀ ਦੀ ਨਾ ਜਾਤ ਆ ਨਾ ਗੋਤ ਪਰਖੀ ਜਾਂਦੀ ਹੈ। ਉਹ ਬ੍ਰਾਹਮਣ ਚਲੇ ਗਿਆ। ਦੂਜੇ ਸ਼ਰਧਾਲੂ ਜਿਹੜੇ ਸੀ ਗਿਆਨ ਸੁਣਿਆ। ਇਸ ਤਰ੍ਹਾਂ ਅਨੇਕਾਂ ਪੁਰਸ਼ ਬਹਿੰਦੇ ਸੀ ਅਤੇ ਕਈ ਵਾਰੀ ਸਵਾਮੀ ਰਾਮਾਨੰਦ ਜੀ ਆ ਜਾਂਦੇ ਸੀ, ਤੁਰ ਜਾਂਦੇ ਸੀ। ਇਸ ਵਾਸਤੇ ਭਗਤ ਜੀ ਦੀ ਮਹਾਨ ਮਹਿਮਾ ਹੈਗੀ ਹੈ। ਅਤੇ ਕਿਉਂਕਿ ਜਿਹੜਾ ਮਾਇਆ ਧਾਰੀ ਇੰਨਾ ਬੋਲਾ ਹੁੰਦਾ ਉਹਨੂੰ ਸਮਝ ਨਹੀਂ ਆਉਂਦੀ ਹੈ। ਇਸ ਕਰਕੇ ਜਿਹੜੇ ਨਿੰਦਰ ਕਰਦੇ ਸੀ ਉਹਨਾਂ ਬਾਰੇ ਵੀ ਭਗਤ ਜੀ ਨੇ ਕਿਹਾ, ਜੇ ਉਹ 68 ਤੀਰਥ ਨਾਵੈ, ਜੇ ਉਹ ਤਵਾਸ ਤੇ ਲੱਪ ਜਾਵੈ, ਜੇ ਉਹ ਕੂਪ ਤਟਾ ਦੇਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ, ਸਾਧੂ ਨਿੰਦ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਇਸ ਵਾਸਤੇ ਹਾਂਜੀ ਭਗਤ ਜੀ ਨੇ ਐਸੇ ਸੁੰਦਰ ਜਿਹੜੇ ਉਪਦੇਸ਼ ਹੈ ਉਹ ਸੰਗਤਾਂ ਨੂੰ ਸਮਝਾਏ ਹੈ। ਅਤੇ ਅੱਜ ਸਦੀਆਂ ਬੀਤ ਗਈਆਂ ਅਤੇ ਰਵਿਦਾਸ ਜੀ ਦੀ ਮਹਿਮਾ ਇਵੇਂ ਹੈਗੀ ਹੈ। ਹਾਂਜੀ ਰਾਗ ਸੋਠ ਬਾਣੀ ਭਗਤ ਰਵਿਦਾਸ ਜੀ ਕੇ ਕੁੰਗਲ ਸਤਿਗੁਰ ਪ੍ਰਸਾਦ, ਜਾਵਾ ਮੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨ ਲਗਨ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਨੀਏ ਹੋਏ ਨਾ ਤੈਸਾ ਰਹੋ, ਨਰਪਤੇ ਸਿੰਘਾਸਨ ਸੋਇਆ, ਸੁਪਨੇ ਪਾਇਆ ਭਿਖਾਰੀ, ਅੱਛੇ ਰਾਜ ਵਿਚਰ ਦੁਖ ਪਾਇਆ, ਸੋਗਤ ਪਈ ਮਾਰੀ, ਰਾਜਪੁਰ ਅੰਗ पोयांग प्रसंग जैसे है अब कछ मर्म जनाया, अन कटक जैसे पूर पर्यव कहते कहन आया, सर्व एक अनेका स्वामी सब कटक होवै सोई, कह रविदास साथ पै नेरै सहजे होए सो होई। ਇਹ ਵਾਹਿਗੁਰੂ ਜਦੋਂ ਮੈਂ ਆਪਣੇ ਉਹਨੂੰ ਚਿਮਿਆਰ ਸਮਝਦਾ ਸੀ, ਤੂੰ ਪਾਸ ਨਹੀਂ ਸਮਝਦਾ। ਹੁਣ ਮੈਂ ਚਿਮਿਆਰਪਣੋਂ ਦੂਰ ਕਰਤਾ, ਤੂੰ ਵੀ ਮਿਲ ਪਿਆ। ਹੁਣ ਤੂੰ ਅਤੇ ਮੈਂ ਦੋਨੇ ਇੱਕ ਰੂਪ ਹੋ ਗਏ। ਜੋ ਮੇਰੇ ਚਿਮਿਆਰਪਣਾ ਸੀ ਉਹ ਨਹੀਂ ਰਿਹਾ। ਜੇਕਰ ਪਵਨ ਚੱਲਣਾ ਸਮੁੰਦਰ ਅਗਣਤ ਲਹਿਰਾਂ ਉੱਠਦੀਆਂ, ਜਲ ਕੇਵਲ ਜਲ ਦਾ ਰੂਪ ਹੁੰਦੀਆਂ, ਇਸ ਤਰ੍ਹਾਂ ਮੈਂ ਅਤੇ ਤੂੰ ਇੱਕੋ ਹੀ ਹਾਂ। ਵਾਹਿਗੁਰੂ ਕੀ ਕਰੀਏ ਪਰ ਇਸ ਤਰ੍ਹਾਂ ਦਾ ਜੇ ਤਾਂ ਪਹਿਲਾਂ ਮੰਨੀ ਦਾ ਫਿਰ ਨਹੀਂ ਹੁੰਦਾ। ਭਾਵ ਜਿਵੇਂ ਅੰਧੇਰੇ 'ਚ ਕੋਈ ਚੀਜ਼ ਪਈ ਹੋਰ ਸਮਝ ਲਈਦਾ, ਚਾਨਣ ਪਿੱਛੋਂ ਉਸ ਤਰ੍ਹਾਂ ਦੀ ਨਹੀਂ ਰਹਿੰਦੀ। ਰਾਜਾ ਆਸਣ 'ਤੇ ਸੁੱਤਾ ਸੋ ਭਿਖਾਰੀ ਹੋ ਗਿਆ, ਰਾਜ ਵਿਛੜ ਦੁੱਖ ਪਾਉਂਦਾ, ਉਸ ਤਰ੍ਹਾਂ ਸਾਡੀ ਗਤੀ ਹੋਈ ਹੈ। ਰੱਸੀ ਸੱਪ ਆਸਣ ਦਾ ਪ੍ਰਸੰਗ ਆ, ਇਹਦਾ ਭੇਦ ਦੱਸਿਆ। ਸੋਨੇ ਦੇ ਅਨੇਕਾਂ ਗਹਿਣੇ ਆ, ਸੋਨਾ ਰੂਪ ਆ। ਇਸ ਤਰ੍ਹਾਂ ਭਾਵੇਂ ਇਹ ਕਿੰਨਾ ਵੀ ਹੈ, ਇਹ ਪਾਤਸ਼ਾਹ ਸਾਰਾ ਤੇਰਾ ਹੀ ਰੂਪ ਹੈ, ਤੇ ਤੋਂ ਬਿਨਾਂ ਕੋਈ ਵੀ ਚੀਜ਼ ਭਿੰਨ ਨਹੀਂ ਹੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਬੜੇ ਸੁੰਦਰ ਜਿਹੜੇ ਉਹਨਾਂ ਦੇ ਉਪਦੇਸ਼ ਆ ਅਤੇ ਸੁੰਦਰ ਉਹਨਾਂ ਦੀਆਂ ਕਥਾ ਹੈਗੀਆਂ। ਅੱਜ ਹੁਣ ਇਸ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਦੁਨੀਆ ਚੇਤੇ ਕਰਦੀ ਹੈ ਅਤੇ ਸੰਗਤਾਂ ਦਾ ਉਹਨਾਂ ਨੇ ਕਾਸ਼ੀ ਵਿੱਚ ਆ ਕੇ ਕਿਸ ਤਰ੍ਹਾਂ ਭਲਾ ਕੀਤਾ ਅਤੇ ਭਗਤ ਜੀ ਦਾ ਅਲੌਕਿਕ ਜੀਵਨ ਹੈ। ਸੋ ਇਸ ਵਾਸਤੇ ਭਗਤ ਜੀ ਦੇ ਜਿਹੜੀ ਕਥਾ ਆ ਉਹ ਬੜੀ ਅਲੌਕਿਕ ਹੈ। ਬੜੇ ਜਿਹੜੇ ਗਿਆਨੀ ਧਿਆਨੀ ਆ ਉਹ ਵੀ ਅਰਥ ਕਰਨ ਲੱਗਿਆਂ ਸੋਚਾਂ 'ਚ ਪੈ ਜਾਂਦੇ ਆ ਕਿ ਐਸਾ ਹਾਂਜੀ ਆਪਣਾ ਉਹਨਾਂ ਦੇ ਪ੍ਰਸੰਗ ਹੈਗੇ ਆ। ਅਤੇ ਭਗਤ ਜੀ ਦੀ ਗਿਆਨ ਗੋਸ਼ਟੀ ਜਿਹੜੀ ਹੈ ਬੜੀ ਅਲੌਕਿਕ ਹੈ, ਕਿਉਂਕਿ ਆਪ ਜੀ ਨੇ 28 ਮਾਘ ਸੁਦੀ ਪੂਰਨਮਾਸ਼ੀ ਸੰਮਤ 1575 ਵਿਕਰਮੀ ਮੁਤਾਬਕ 1518 ਈਸਵੀ ਨੂੰ ਸਫੈਦ ਚਾਦਰਾ ਲੈ ਕੇ ਪਲੰਘ 'ਤੇ ਲੇਟ ਗਏ। 5 ਭੂਤਕ ਸਰੀਰ ਤਿਆਗ ਗਏ ਅਤੇ ਰਾਜਾ ਨਾਗਰ ਮੱਲ ਰਾਣਾ ਰਤਨ ਸਿੰਘ ਆ ਗਏ ਅਤੇ ਉਸ ਵੇਲੇ ਸਾਰਾ ਉਹਨਾਂ ਦੀ ਕਿਰਿਆ ਕੀਤੀ ਹੈ। ਕਬੀਰ ਸੰਤ ਮੁਏ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ, ਰੋਵਾ ਸਾਖਤ ਵਾਪਰੇ ਜੋ ਹਟ ਹੈ ਹਟ ਵਿਖਾਏ। ਕਬੀਰ ਜਿਸ ਮਰਨੇ 'ਤੇ ਜਗ ਡਰੈ, ਮੇਰੇ ਮਨੋ ਆਨੰਦ
ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।